ਅਕਾਲੀਆਂ ਨੇ ਪਹਿਲਾਂ ਤਾਂ ਉਹਨਾਂ ਨੇ ਵੱਢ ਕੇ ਖਾ ਲਏ, ਲੋਕ ਕਰਜ਼ਾਈ ਕਰਤੇ ਸਾਰੇ। ਉਦੋਂ ਬਾਅਦ ਹੁਣ ਕਾਂਗਰਸ ਆ ਗਈ। ਸ਼ਹਿਰਾਂ ਤੁਸੀਂ ਜਾਣਦੇ ਹੋ ਉੱਥੇ ਦੀ ਸਹੂਲਤਾਂ ਤੇ ਸੜਕਾਂ ਵੱਖਰੀਆਂ ਹੁੰਦੀਆਂ, ਪਿੰਡਾਂ ਵਿੱਚ ਉਹੋ ਜਿਹੀਆਂ ਤਬਦੀਲੀਆਂ ਨਜ਼ਰ ਆ ਰਹੀਆਂ? ਨਹੀਂ ਆ ਰਹੀਆਂ ਜੀ। 15 ਸਾਲ ਹੋ ਗਏ ਮੇਰਾ ਮੁੰਡੇ ਮਰੀ ਨੂੰ, ਨਾਕੇ ਤੇ ਅਸੀਂ ਵੀ ਭਰਤੀ ਹੋਇਆ ਸੀ। ਉਹਨਾਂ ਨੇ ਕਿਹਾ ਸੀ 12 ਸਾਲ ਦਾ ਜੇ 12ਵੀਂ ਪੜ੍ਹ ਗਿਆ ਮੁੰਡਾ ਵੀ ਉਹ ਮੁੰਡੇ ਨੂੰ ਭਰਤੀ ਕਰ ਲਾਂਗੇ। ਅੱਜ ਤੱਕ ਇਹ ਖਾਂਦੇ ਫਿਰਦੇ ਕਿਸੇ ਸਰਕਾਰ ਨੇ ਨਹੀਂ ਪੁੱਛਿਆ। ਸਾਰੀਆਂ ਫਸਲਾਂ ਬੀਜਣ ਨੂੰ ਤਿਆਰ ਹੈ ਕਿਸਾਨ, ਪਰ ਸਾਨੂੰ ਕਿਸੇ ਮੁੱਲ ਨਹੀਂ ਮਿਲਦਾ। ਨਸ਼ਾ ਵਿਕਦਾ ਪਿਆ। ਨਸ਼ਾ ਵਿਕਦਾ ਪਿਆਗਾ। ਜੇ ਕੋਈ ਫੜਿਆ ਵੀ ਜਾਂਦਾ ਬੰਦਾ ਤਾਂ ਉਹਨੂੰ ਵੀ ਪੁਲਿਸ ਤੇ ਪੈਸੇ ਲੈ ਕੇ ਛੱਡ ਦਿੰਦੀ। ਤੇ ਕੋਈ ਵੀ ਨਸ਼ਾ ਸਰਕਾਰਾਂ ਦੀ ਸਹਿਮਤੀ ਤੋਂ ਬਿਨਾ, ਐਮਐਲਏ ਐਮਪੀ ਦੀ ਸਹਿਮਤੀ ਤੋਂ ਬਿਨਾ ਉਹੀ ਉਹਨਾਂ ਨੂੰ ਬਚਾਉਂਦੇ ਆ, ਉਹੀ ਨਸ਼ਾ ਬਕਾਉਂਦੇ ਆ। ਨਸ਼ੇ ਛੁਡਾਊ ਕੇਂਦਰ ਦੇ ਵਿੱਚ ਜਦੋਂ ਨੌਜਵਾਨ ਦਾਖਲ ਹੁੰਦੇ ਮੈਮ, ਉਦੋਂ ਅਸੀਂ ਵੇਖਦੇ ਹਾਂ ਜਦੋਂ ਮਾਵਾਂ ਉੱਥੇ ਜਾਂਦੀਆਂ ਰੋਟੀ ਲੈ ਕੇ ਜਾਂਦਾ, ਕੋਈ ਬਾਪੂ ਜਾਂਦਾ, ਤਾਂ ਉਹ ਸੱਚੀ ਮੁੱਚੀ ਧਾਹਾਂ ਮਾਰ ਕੇ ਰੋਂਦੇ। ਜਿਹੜੀ ਮੋਦੀ ਸਰਕਾਰ ਆ ਜਾਂ ਕੈਪਟਨ ਸਰਕਾਰ ਆ, ਉਹ ਨਵੇਂ ਕਾਨੂੰਨ ਲਿਆ ਕੇ ਇਹ ਨੌਕਰੀਆਂ ਨੂੰ ਜਿਹੜਾ ਪੱਕੇ ਤੌਰ ਤੇ ਬੰਦ ਕਰਨ ਜਾ ਰਹੀ ਹੈ। ਅਸੀਂ ਹੁਣ ਵੀ ਦਾਅਵਾ ਕਰਦੇ ਹਾਂ ਇਸ ਚੀਜ਼ ਦਾ, ਸਾਡਾ ਕੇਰਾਂ ਦਿੱਲੀ ਵਾਲਾ ਮੁੱਦਾ ਨਿਬੜ ਜੇ, ਉਸ ਤੋਂ ਬਾਅਦ ਇਹਨਾਂ ਵੀ ਧੌਣ ਤੇ ਗੋਡਾ ਧਰਾਂਗੇ ਜਿਹੜੇ ਵਾਅਦੇ ਕੀਤੇ ਨੇ। ਮੇਰੇ ਕੋਲ ਹੀ ਥੋੜੀ ਜਿਹੀ ਜਾਤ ਹੈ, ਮੈਂ ਉਹ 1.5 ਕਿੱਲੇ ਦੀ ਕਣਕ ਮੈਂ ਕਿੱਥੇ ਲੈ ਕੇ ਜਾਊਂ ਤੇ ਮੇਰੇ ਤਾਂ ਰਾਹ 'ਚ ਹੀ ਖਾ ਜਾਣਗੇ। ਤੁਸੀਂ ਅੱਜ ਤੋਂ 25-30 ਸਾਲ ਦਾ ਅੰਕੜਾ ਕੱਢ ਲਓ, ਮੁਲਾਜ਼ਮ ਦੀ ਘੱਟ ਤੋਂ ਘੱਟ ਤਨਖਾਹ 200 ਗੁਣਾ ਵਧ ਗਈ, ਕਿਸਾਨਾਂ ਦਾ 18-1900 ਗੁਣਾ ਵਧ ਗਿਆ। ਅੱਜ ਦੇ ਹਾਲਾਤਾਂ ਨੇ ਬੇੜਾ ਬਹਾਤਾ। 5-4 ਰੋਜ਼ ਖੁਦਕਸ਼ੀਆਂ ਕਰਦੇ ਆ। ਉਹ ਕਹਿੰਦਾ ਤੁਸੀਂ ਸਾਡੀ ਸਰਕਾਰ ਬਣਾ, ਤੁਹਾਨੂੰ ਬਿੱਲ ਮਾਫ ਕਰਾਂਗੇ ਅਸੀਂ, ਤੇ ਤੁਹਾਨੂੰ ਬਿੱਲ ਭਾਅ ਦੀ ਲੋੜ ਨਹੀਂ। ਸਾਡੇ ਤਾਂ ਇੱਕ ਮੋਟਰ ਸੀ, 3 ਦੀ ਕਿਸੇ 2 ਮੋਟਰਾਂ ਸੀ। ਇਹ ਬਾਦ ਸਰਕਾਰ ਦੀਆਂ ਆਪ ਦੀਆਂ 50 ਮੋਟਰਾਂ ਇਹਨਾਂ ਦੀਆਂ। ਇਹ ਸਾਡੇ ਤੋਂ ਵੱਧ ਫਾਇਦਾ ਆਪ ਦਾ ਸਰਕਾਰ ਖੱਟ ਗਈ। ਜਿਵੇਂ ਤੁਸੀਂ ਕਿਸਾਨੀ ਕਾਨੂੰਨ ਪੜ੍ਹੇ ਹੈ, ਖੇਤੀ ਕਾਨੂੰਨ ਪੜ੍ਹੇ ਹੈ, ਮੈਨੀਫੈਸਟੋ ਪੜ੍ਹੋਗੇ? ਉਹ ਸਵਾਲ ਵੀ ਕਰਾਂਗੇ, ਜਿੰਨੇ ਅੱਗੇ ਲੋਕਾਂ ਦਾ ਫਰਕ ਪੈ ਗਿਆ। ਸਵਾਲ ਕਰਦੇ ਦੱਸੋ ਭਾਈ, ਤੁਸੀਂ ਅੱਗੇ ਇੰਨੇ ਵਾਅਦੇ ਕਰੇ ਸੀ, ਆਹ ਪੂਰੇ ਨਹੀਂ ਕਰੇ, ਚਾਹੇ ਉਹ ਕਾਲੀ ਚਾਹੇ ਕਾਂਗਰਸੀ ਹੈ। ਮੈਂ ਮਾਲਕਾਂ ਪਾਵਰ ਆਂ, ਮੇਰੇ ਪਾਵਰ ਮੇਰੀ ਬਾਤੀ ਨਹੀਂ ਗਈ, ਫਿਰ ਮੈਂ ਅਸਤੀਫਾ ਦੇਵਾਂ? ਅਸੀਂ ਲਾਲਚ ਬਸ ਹੋਏ ਵੇ, ਬੰਗਲੇ ਮਿਲੇ ਵੇ ਸਾਨੂੰ, ਅਸੀਂ ਕਿਉਂ ਬੋਲਾਂਗੇ? ਹੁਣ ਮੋਦੀ ਸਰਕਾਰ ਨੇ 15 ਲੱਖ ਰੁਪਇਆ ਕਿਹਾ ਸੀ ਅਕਾਊਂਟਾਂ 'ਚ ਪਾਵਾਂਗੇ, ਉਹਨਾਂ ਨੇ ਬਾਅਦ ਵਿੱਚ ਕਹਿਤਾ ਵੀ ਇਹ ਤਾਂ ਸਾਡੇ ਇੱਕ ਜੁਮਲਾ ਸੀ। ਉਹ ਤਾਂ ਹੁਣ ਕੈਪਟਨ ਸਰਕਾਰ ਨੇ ਕਿਹਾ ਸੀ ਘਰ ਘਰ ਰੁਜ਼ਗਾਰ ਦੇਵਾਂਗੇ। ਜਿੰਨੀ ਕੁ ਮੇਰੀ ਸੁਰਤ ਸੰਭਲੀ ਹੈ, ਉਦੋਂ ਤੋਂ ਲਾ ਕੇ ਲੋਕ ਮੰਗਾਂ ਮੰਗਦੇ ਆਉਂਦੇ ਨੇ। ਸਾਰੇ ਇੱਕ ਬਣਨਗੇ, ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ। ਹਾਂ, ਨਹੀਂ ਅਸੀਂ ਨਹੀਂ ਪਾਉਣੀ। ਅੱਜ ਅਸੀਂ ਸਪੋਕਸਮੈਨ ਦੀ ਸਾਥ ਲੈ ਕੇ ਪਿੰਡ ਠਿਕਰੀ ਵਾਲੇ ਆਏ ਹਾਂ, ਜਿੱਥੇ ਸੇਵਾ ਸਿੰਘ ਸਿੱਖਰੀ ਵਾਲਾ ਦਾ ਪਿੰਡ ਹੈਗਾ। ਸਾਥੇ ਬੈਠੇ ਹਾਂ ਤੇ ਇੱਥੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਦੇ ਮਨ ਵਿੱਚ ਕਿਹੜੀ ਗੱਲ ਹੈ ਤੇ ਸਰਕਾਰਾਂ ਨੂੰ ਕੀ ਸੁਣਾਉਣਾ ਚਾਹੁੰਦੇ ਨੇ। ਮੈਂ ਤੁਹਾਡੇ ਤੋਂ ਸ਼ੁਰੂ ਕਰਦੀ ਹਾਂ। ਕੌਣ ਸ਼ੁਰੂ ਕਰੇਗਾ? ਤਾਂ ਜੀ, ਕਿੰਨੀ ਉਮਰ ਹੈ ਤੁਹਾਡੀ? 61 ਸਾਲ ਜੀ। 61 ਸਾਲ। ਤੇ ਤੁਸੀਂ ਇੱਥੇ ਜੰਮੇ ਹੋ ਤੇ ਕੀ ਬਦਲਾਅ ਦੇਖਿਆ ਇੰਨੇ ਸਾਲਾਂ ਵਿੱਚ? ਤੇ ਅੱਜ ਜਿਹੜੇ 4 ਸਾਲ ਕਾਂਗਰਸ ਸਰਕਾਰ ਦੇ ਪੂਰੇ ਹੁੰਦੇ, ਉਹ 'ਚ ਬਾਅਦ 'ਚ ਆਵਾਂਗੇ। ਇੰਨੇ ਸਾਲਾਂ ਵਿੱਚ ਕੀ ਬਦਲਾਅ ਦੇਖਿਆ? ਬਦਲਾਅ ਤਾਂ ਜੀ ਬਹੁਤ ਜ਼ਿਆਦਾ ਹੋ ਗਏ ਜੀ, ਬਹੁਤ ਜ਼ਿਆਦਾ ਬਦਲਾਅ ਹੋ ਗਏ। ਤੇ ਬਾਕੀ ਜਿਹੜੇ ਹੁਣ ਦੀਆਂ ਸਰਕਾਰਾਂ ਨੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਹਰੇਕ ਦਾ ਨਕਸ਼ ਦਮ ਲਿਆਂਦਾ ਪਿਆ, ਚਾਹੇ ਕੋਈ ਜ਼ਿਮੀਂਦਾਰ ਚਾਹੇ ਕੁਛ ਹੈ। ਜਿਵੇਂ ਸ਼ਹਿਰਾਂ ਦੀ ਉਸਾਰੀ ਹੋ ਰਹੀ ਹੈ, ਸ਼ਹਿਰਾਂ ਤੁਸੀਂ ਜਾਣਦੇ ਹੋ ਉੱਥੇ ਦੀ ਸਹੂਲਤਾਂ ਤੇ ਸੜਕਾਂ ਵੱਖਰੀਆਂ ਹੁੰਦੀਆਂ, ਪਿੰਡਾਂ ਵਿੱਚ ਉਹੋ ਜਿਹੀਆਂ ਤਬਦੀਲੀਆਂ ਨਜ਼ਰ ਆ ਰਹੀਆਂ? ਨਹੀਂ ਆ ਰਹੀਆਂ ਜੀ, ਨਹੀਂ ਆ ਰਹੀਆਂ ਜੀ। ਉਸ ਗਤੀ ਤੇ ਨਹੀਂ ਤਬਦੀਲੀ ਨਹੀਂ ਹੁੰਦੀ ਜੀ ਉਸ ਗਤੀ ਤੇ ਜੀ। ਤੁਸੀਂ ਕੀ ਚਾਹੋਗੇ ਦੇਖਣਾ ਪਿੰਡਾਂ ਵਿੱਚ? ਮੇਰੀ ਬੇਟਾ 70 ਸਾਲ ਦੀ ਉਮਰ ਹੋ ਗਈ। ਖਾਣੇ ਪਾਣੇ ਬਹੁਤ ਚੰਗੇ ਸੀ, ਬੜੀਆਂ ਵਧੀਆ ਚੀਜ਼ਾਂ ਸੀ। ਅੱਜ ਦੇ ਹਾਲਾਤਾਂ ਨੇ ਬੇੜਾ ਬਹਾਤਾ। 5-4 ਰੋਜ਼ ਖੁਦਕਸ਼ੀਆਂ ਕਰਦੇ ਆ। ਬਹੁਤ ਮੰਦਾ ਹਾਲ ਹੋ ਗਿਆ। ਬਸ ਇੱਕੋ ਹੀ ਗੱਲ ਕਹਿਣਾ ਮੈਂ ਤਾਂ, ਕਿਸਾਨ ਦੀ ਜਿੰਨੀ ਅੱਜ ਬੁਰੀ ਹਾਲਤ ਹੈ ਨਹੀਂ ਹੋਣੀ। ਸਰਕਾਰਾਂ ਚੜ੍ਹ ਗਈਆਂ, ਹੋਰ ਸਾਰੇ ਵਪਾਰੀ ਚੜ੍ਹ ਗਏ, ਇਹਦਾ ਬੁਰਾ ਹਾਲ ਹੈ। ਕਰਜ਼ੇ ਜਿਹੜਾ ਲਿਆ ਕਿਸਾਨਾਂ ਨੇ, ਖਾਸ ਕਰਕੇ ਛੋਟੇ ਕਿਸਾਨਾਂ ਨੇ, ਕਿਹਾ ਜਾਂਦਾ ਕਿ ਕਰਜ਼ਾ ਲਿਆ ਗਿਆ ਕਿ ਖਰਚੇ ਕਰਨੇ ਸੀ, ਵਿਆਹ ਕਰਨੇ ਸੀ, ਵੱਡੇ ਟਰੈਕਟਰ ਲੈ ਲਏ, ਜ਼ਿਆਦਾ ਟਰੈਕਟਰ ਲੈ। ਤੁਹਾਡਾ ਕੀ ਕਹਿਣਾ, ਇੰਨਾ ਕਰਜ਼ਾ ਕਿਉਂ ਲੈ ਜਾਂਦੇ ਨੇ? ਕਰਜ਼ੇ ਦੇਖ, ਮੋਟਰਾਂ ਪਹਿਲਾਂ ਸਾਡੇ ਪੱਖੇ ਚੱਲਦੇ ਸੀ, ਮੋਟਰਾਂ ਲੈ ਲੀਆਂ ਤੇ ਟੋਏ ਡੂੰਘੇ ਕਰ ਲਏ, 60 70 100 ਫੁੱਟ ਦੇ ਲਵੇ ਪਹੁੰਚ ਗਏ। ਖਰਚਾ ਹਰ ਸਾਲ ਲੱਖ ਰੁਪਇਆ ਬੋਰ ਖਾ ਜਾਂਦਾ ਹੈ। ਫਿਰ ਮੋਟਰ ਕੱਢ ਲੈ ਪਾ ਲੈ। ਅੱਜ ਕੇਬਲ ਕੱਲੀ ਜੇ ਕੇਬਲ ਗਿਣੀਆਂ, ਤਾਰ ਉਹਦੀ ਜਿਹੜੀ ਛੱਡਦੇ ਆ ਵਿੱਚ, ਲੱਖ ਰੁਪਏ ਦੀ ਤਾਰ ਤੇ ਮੋਟਰ ਪੈਂਦੀ ਹੈ। ਲੋਕ ਕਹਿੰਦੇ ਨੇ, ਸ਼ਹਿਰੀ ਲੋਕ ਖਾਸ ਕਹਿੰਦੇ ਕਿ ਕਿਸਾਨਾਂ ਨੂੰ ਸਹੂਲਤਾਂ ਬਹੁਤ ਦਿੱਤੀਆਂ ਜਾਂਦੀਆਂ, ਬਿਜਲੀ ਮੁਫਤ ਮਿਲਦੀ ਹੈ। ਕੱਲੀ ਬਿਜਲੀ ਮੁਫਤ ਮਿਲਦੀ ਆ, ਬਾਕੀ ਤਾਂ ਸਾਰੇ 4 ਚੁਫੇਰੇ ਉਧਰੋਂ ਚੂੜੀ ਕੱਸ ਦਿੰਦੇ ਆ। ਅੱਜ
ਜਿਹੜਾ ਅੱਜ 90 95 ਚ ਬੋਰੀ ਆਉਂਦੀ ਸੀ, ਜਿਹੜੇ ਟਾਈਮਾਂ ਚ 12 13 ਨੂੰ ਕਣਕ ਸੀ, ਅੱਜ ਉਹ 12 1300 ਨੂੰ 1400 ਨੂੰ ਢਾਈ ਦੀ ਬੋਰੀ ਹੋਈ ਵੀ ਆ। ਤੇ ਅੱਜ ਤੇਲ ਜੇ ਲਾਈਏ, ਹੁਣ ਤੇਲ ਤਾਂ ਸਾਨੂੰ ਟਰੈਕਟਰ ਤਾਂ ਖੂੰਜੇ ਲਾਉਣੇ ਪੈਣਗੇ। ਕਿੱਥੇ ਪਹੁੰਚ ਗਿਆ ਤੇਲ? ਹੁਣ ਤੇਲ ਤਾਂ ਫੂਕ ਹੀ ਨਹੀਂ ਸਕਦੇ, 100 ਰੁਪਏ ਲੀਟਰ ਤੇ ਪਹੁੰਚ ਗਿਆ। ਕਿਸਾਨਾਂ ਦੀ ਤਾਂ ਦੇਖ ਲਿਆ ਵੀ ਬਿਜਲੀ ਮੁਫਤ ਮਿਲਦੀ ਹੈ। ਤੁਸੀਂ ਅੱਜ ਤੋਂ 25 30 ਸਾਲ ਦਾ ਇੰਕੜਾ ਕੱਢ ਲਓ, ਮੁਲਾਜ਼ਮ ਦੀ ਘੱਟ ਤੋਂ ਘੱਟ ਤਨਖਾਹ 200 ਗੁਣਾ ਵੱਧ ਗਈ। ਕਿਸਾਨਾਂ ਦਾ 18 1900 ਗੁਣਾ ਵਧਿਆ ਜੀ। ਕਿੱਥੋਂ ਵੇਲਾ ਪੂਰਾ ਕਿਸਾਨ ਦਾ? ਵਧੇ ਹੀ ਕੁਛ ਨਹੀਂ ਕਿਸਾਨ ਦੀ ਫਸਲ ਦਾ ਭਾਈ ਨਹੀਂ ਕੁਛ ਨਹੀਂ ਰਿਹਾ। ਜਿਹੜਾ ਅੱਜ ਸਾਨੂੰ ਕਣਕ ਦਾ 32 3300 ਰੁਪਇਆ ਭਾਅ ਮਿਲਣਾ ਸੀ ਤਾਂ 1700 ਨੂੰ ਵਿਕਦੀ ਹੈ। ਕੀ ਕਰੂ ਜੀ ਕਿਸਾਨ? ਕਿਸਾਨ ਤਾਂ ਇਹਨਾਂ ਚੀਜ਼ਾਂ ਨੇ ਕਰਜ਼ੇ ਕਰਿਆ, ਕੋਈ ਕਰਜ਼ਾ ਲੈ ਕੇ ਸੌਂਕ ਨਹੀਂ ਲਿਆ ਕਿਸਾਨਾਂ ਨੇ। ਇਹ ਤਾਂ ਸਰਦੇ ਦੇ ਤਾਲਿਆ ਜੀ ਕਰਜ਼ਾ ਲੈਣਾ, ਜਦੋਂ ਸਰਦਾ ਹੀ ਨਹੀਂ ਗਾ ਕਿਹਦਾ ਜੀ ਕਰਦਾ। ਅਸੀਂ ਖੇਤੀ ਕਾਨੂੰਨ ਤੇ ਫਿਰ ਆ ਜਾਂਦੇ ਹਾਂ। ਉਹ ਕਹਿੰਦੇ ਕਿ ਵੀ ਤੁਹਾਨੂੰ ਅਸੀਂ ਸਹੂਲਤ ਦੇ ਰਹੇ ਹਾਂ, ਤੁਸੀਂ ਕਿੱਥੇ ਵੀ ਜਾ ਕੇ ਆਪਣੀ ਫਸਲ ਵੇਚ ਲਓ। ਉਹ ਚਾਹੀਦੀ ਹੈ ਉਹ ਵਾਲੀ ਸਹੂਲਤ ਕਿ ਵੀ ਤੁਸੀਂ ਕਿੱਥੇ ਵੀ ਚਲੇ ਜਾਓ, ਦੇਸ਼ ਵਿੱਚ ਕਿੱਥੇ ਵੀ ਜਾ ਕੇ ਆਪਣੀ ਫਸਲ ਵੇਚ ਸਕਦੇ ਹੋ। ਕਿੱਥੋਂ ਵਿੱਚ ਜੀ ਜਿਹੜਾ ਨਹੀਂ ਚਾਹੀਦੀ ਉਹ ਸਾਨੂੰ। ਉਹ ਛੋਟਾ ਜ਼ਿਮੀਂਦਾਰ ਆ, ਕਿਹਦੇ ਕੋਲ ਕੋਈ ਸਾਧਨ ਨਹੀਂ, ਉਹ ਕਿੱਥੇ ਲਿਜਾਊਗਾ? ਵੇਚਦਾ ਬਣਾ ਲਈ ਨਹੀਂ ਸਕਦੇ ਅਸੀਂ, ਵੇਚਦਾ ਬਣਾ ਲਈ ਨਹੀਂ ਸਕਦੇ ਅਸੀਂ ਜੀ। ਛੋਟਾ ਜ਼ਿਮੀਂਦਾਰ ਕੀ ਕਰੂ? ਛੋਟੇ ਬਾਲੇ ਨੇ, ਵੱਡੇ ਥੋੜੀ ਨੇ। ਜ਼ਿਮੀਂਦਾਰਾਂ ਦਾ ਬਹੁਤ ਬੁਰਾ ਹਾਲ ਆ, ਗਰੀਬਾਂ ਦਾ ਬਹੁਤ ਬੁਰਾ ਹਾਲ ਆ। ਹੁਣ ਦਿਹਾੜੀ ਖੜੀ ਆ, ਦਿਹਾੜੀ ਖਤਮ ਕਰਨ ਵਾਲੀ ਗੱਲ ਹੈਗੀ। 2-4 ਕਿੱਲੇ ਵਾਲਾ ਕਿੱਥੇ ਜਾਊ ਫਸਲ ਲੈ ਕੇ? ਕਿਵੇਂ ਲੈ ਜਾਊ? ਨਾ ਉਹਦੇ ਕੋਲ ਸਾਧਨ ਨੇਗੇ। ਹਾਂਜੀ, ਮੇਰੇ ਕੋਲ ਜੀ ਥੋੜੀ ਜਿਹੀ ਜਾਤ ਹੈ। ਮੈਂ ਉਹ 1.5 ਕਿੱਲੇ ਦੀ ਕਣਕ ਮੈਂ ਕਿੱਥੇ ਲੈ ਕੇ ਜਾਊਂ? ਤੇ ਮੇਰੇ ਤਾਂ ਰਾਹ 'ਚ ਹੀ ਖਾ ਜਾਣਗੇ। ਅੱਛਾ, ਪਿੰਡ ਦੇ ਵਿਕਾਸ ਤੇ ਆਉਂਦੇ ਆ। ਪਿੰਡ ਦੇ ਵਿਕਾਸ ਵਿੱਚ ਸਾਨੂੰ ਕੀ ਕਮਜ਼ੋਰੀਆਂ ਅੱਜ ਮਤਲਬ ਕੀ ਲੱਗਦਾ ਹੈ ਕਿ ਇਹ 4 ਸਾਲ ਵਿੱਚ ਕੁਝ ਕੰਮ ਹੋਇਆ ਹੈ, ਔਰ ਇਹ ਆਉਣ ਵਾਲੇ ਤੁਸੀਂ ਅੱਜ ਛੱਡੋ ਅਗਲੀ ਸਰਕਾਰ ਨਹੀਂ 5 ਸਾਲਾਂ ਵਿੱਚ ਕੀ ਤਬਦੀਲੀਆਂ ਚਾਹੁੰਦੇ ਹੋ? ਕੋਈ ਤਬਦੀਲੀ ਨਹੀਂ ਹੈ ਜੀ 4 ਸਾਲ ਦੇ ਵਿੱਚ। ਕਿਸੇ ਨੂੰ ਕੁਛ ਨਹੀਂ ਦਿੱਤਾ ਹੈ ਸਰਕਾਰ ਨੇ। ਜਿਹੜੀ ਕਾਂਗਰਸ ਸਰਕਾਰ ਹੈ ਜਾਂ ਕਾਲੀਆਂ ਨੇ ਪਹਿਲਾਂ ਤਾਂ ਉਹਨਾਂ ਨੇ ਵੱਢ ਕੇ ਖਾ ਲਏ, ਲੋਕ ਕਰਜ਼ਾਈ ਕਰਤੇ ਸਾਰੇ। ਉਦੋਂ ਬਾਅਦ ਹੁਣ ਕਾਂਗਰਸ ਆ ਗਈ। ਕਾਂਗਰਸ ਨੇ ਨਾ ਤਾਂ ਮੁਲਾਜ਼ਮਾਂ ਕਨੀ ਦੇਖਿਆ, ਨਾ ਕਿਸਾਨਾਂ ਕਨੀ ਦੇਖਿਆ, ਕਿਸੇ ਕਨੀ ਕੁਛ ਨਹੀਂ ਦੇਖਿਆ ਕਾਂਗਰਸ ਨੇ। ਹੁਣ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪਤਾ ਹੈਗਾ, ਕਿਸਾਨਾਂ ਨੂੰ ਨਹੀਂ ਪਤਾ। ਅੱਗੇ ਸਾਨੂੰ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਮਿਲਦੀਆਂ ਹੁੰਦੀਆਂ ਸੀਗੀਆਂ 6 ਮਹੀਨੇ ਬਾਅਦ, ਉਹ ਵੀ ਸਾਰੀਆਂ ਜਾਣੀ ਜਿੱਦੇ ਦਾ ਇਹ ਕੈਪਟਨ ਸਰਕਾਰ ਆ ਗਈ ਉਹਨੇ ਉਹ ਸਾਰੀਆਂ ਬੰਦ ਕਰਤੀਆਂ। ਕਰਜ਼ਾ ਮਾਫੀ ਹੋਈ ਕਿਸੇ ਦੀ ਇੱਥੇ ਕਰਜ਼ਾ ਮਾਫੀ ਹੋਈ ਹੈ, ਕਿਸੇ ਦਾ 2000 ਹੋਇਆ ਹੈ, ਕਿਸੇ ਦਾ 20 ਰੁਪਏ ਹੋਏ ਨੇ, ਕਿਸੇ ਦਾ 5000 ਹੋਇਆ ਹੈ, ਕਿਸੇ ਦਾ 10000 ਹੋਇਆ। ਕਰਜ਼ਾ ਮਾਫੀ ਹੋਈ ਆ। ਕਰਜ਼ਾ ਅੱਜ ਲੋਕਾਂ ਸਿਰ ਲੱਖਾਂ ਰੁਪਈਆ ਚੜਿਆ ਪਿਆ ਗਾ। ਚੜਿਆ ਕਿਉਂ ਆ? ਉਹ ਅੱਗੇ ਸਾਡੇ ਕੋਲ ਟਰੈਕਟਰ ਛੋਟੇ ਹੁੰਦੇ ਸੀ। ਹੁਣ ਸਾਡਾ ਜਿਹੜਾ ਪਾਣੀ ਅਸੀਂ ਕੱਢਣਾ ਗਾ ਉਹ 400 ਫੁੱਟ ਤੋਂ ਪਾਣੀ ਕੱਢਣਾ। ਉਹ ਸਾਡਾ ਜਨਰੇਟਰ ਪਾਣੀ ਚੱਕੂਗਾ ਤਾਂ ਵੱਡਾ ਟਰੈਕਟਰ ਚੱਕੂਗਾ। ਉਹ ਜਨਰੇਟਰ ਜਦੋਂ ਅਸੀਂ ਵੱਡਾ ਟਰੈਕਟਰ ਲਾਵਾਂਗੇ, ਵੱਡਾ ਟਰੈਕਟਰ ਪਾਣੀ ਚੱਕੂ। ਜੇ ਮੋਟਰ ਦੇ 8 ਘੰਟੇ ਨਾਲ ਸਾਡੇ ਤੱਕ ਖੇਤ ਵੀ ਨਹੀਂ ਪਲਦੇ। ਜਦੋਂ ਖੇਤ ਨਹੀਂ ਪਲਦੇ ਸਾਨੂੰ ਉਹ ਟਰੈਕਟਰ ਮਜਬੂਰੀ ਤੌਰ ਤੇ ਲੈਣੇ ਪੈਂਦੇ ਆ। ਜੇ ਛੋਟਾ ਕਿਸਾਨ ਲੈ ਨਹੀਂ ਸਕਦਾ ਉਹ ਕੀ ਕਰੂਗਾ? ਵੱਡਾ ਕਿਸਾਨ ਜੇ ਲੈਂਦਾ ਤਾਂ ਆਪਾਂ ਨੂੰ ਕਹਿ ਦੇਣਾ ਵੱਡਾ ਟਰੈਕਟਰ ਲੈ ਲਿਆ ਉਹਨੇ, ਵੱਡਾ ਟਰੈਕਟਰ ਲੈ ਲਿਆ ਉਹਨੇ 20 ਕਿੱਲੇ ਜਾਂ 10 ਕਿੱਲੇ ਕਣਕ ਬੀਜੀ ਵੀ, ਝੋਨਾ ਬੀਜਿਆ ਵਿਆ। ਜਦੋਂ ਉਹਦਾ ਮੋਟਰ ਪਾਣੀ ਪੂਰਾ ਨਹੀਂ ਕਰਦੀ, ਛੋਟਾ ਟਰੈਕਟਰ ਉਹਦਾ ਪਾਣੀ ਚੱਕਦਾ ਨਹੀਂ ਹੈ, ਫਿਰ ਉਹਨੇ ਵੱਡਾ ਟਰੈਕਟਰ ਜਿਹੜਾ ਜਨਰੇਟਰ ਚਲਾਊਗਾ, ਵੱਡਾ ਟਰੈਕਟਰ ਚੱਕੂਗਾ, ਜਨਰੇਟਰ ਨੂੰ ਤਾਂ ਖਿੱਚੂਗਾ। ਇਸ ਮੁੱਦੇ ਤੇ ਕੁਝ ਹੋਰ ਕੋਈ ਕਹਿਣਾ ਚਾਹੁੰਦਾ ਹੈ? ਕੁਝ ਮੇਰਾ ਨਾਮ ਗੁਰਨਾਮ ਸਿੰਘ ਆ, ਪਿੰਡ ਠੀਕਰੀ ਵਾਲੇ ਹੀ ਪਿੰਡ ਹੈ ਮੇਰਾ। ਤੇ ਅਸੀਂ ਮਨ 'ਚ ਸੋਚਿਆ ਸੀਗਾ ਵੀ ਸਰਕਾਰ ਕੋਈ ਬਦਲਾਅ ਲੈ ਕੇ ਆਊਗੀ। ਇਹ ਜਿਹੜੀਆਂ ਸਰਕਾਰ, ਤੁਸੀਂ ਰਾਮ ਸਿੰਘ ਨੇ ਵੀ ਜਵਾਬ ਦਿੱਤਾ ਇਸ ਗੱਲ ਦਾ, ਜਿਹੜੇ ਵੱਡੇ ਟਰੈਕਟਰ ਲੈਣ ਦੇ ਕਾਰਨ ਹੋਏ ਨੇ ਜਾਂ ਕਰਜ਼ੇ ਦੇ ਕਾਰਨ ਹੋਏ ਨੇ, ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੋਏ ਨੇ। ਸਾਡਾ ਕੋਈ ਜੀ ਨਹੀਂ ਸੀਗਾ। ਸਾਡੇ 3-3 ਪਾਵਰ ਦੀਆਂ ਮੋਟਰਾਂ ਸੀ, ਉਦੋਂ ਬਾਅਦ 5-5 ਪਾਵਰ ਦੀਆਂ ਮੋਟਰਾਂ ਸੀ। ਅਸੀਂ ਉਹਨਾਂ ਨਾਲ ਕੰਮ ਸਾਰਦੇ ਸੀਗੇ, ਕੋਈ ਟੋਆ ਨਹੀਂ ਸੀ, ਪਾਣੀ ਤਾਂ ਸੀਗੇ। ਉਦੋਂ ਬਾਅਦ ਸਰਕਾਰ ਨੇ ਜਿਹੜੇ ਹਰੀ ਕ੍ਰਾਂਤੀ ਦੇ ਨਾਂ 'ਤੇ ਸਾਨੂੰ ਨਾਅਰਾ ਦਿੱਤਾ, ਜੈ ਜਵਾਨ ਜੈ ਕਿਸਾਨ ਦਾ, ਤੇ ਅਸੀਂ ਵੱਧ ਉਪਜ ਕੀਤੀ। ਯੂਨੀਵਰਸਿਟੀਆਂ ਤੋਂ ਸਲਾਹ ਲੈ ਕੇ ਬੀਜ ਲਿਆਂਦੇ ਨਵੇਂ। ਹਾਂ, ਪੁਰਾਣੀ ਹੈ ਵੀ ਬਦਲਾਅ ਦੀ ਗੱਲ ਵੀ ਇਹ ਗਲਤ ਨੀਤੀਆਂ ਕਰਕੇ ਪਾਣੀ। ਕ੍ਰਾਂਤੀ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਅੱਛੀ ਸੀਗੀ? ਹਾਂ, ਅੱਛੀ ਸੀ। ਬੜੇ ਵਧੀਆ, ਕੋਈ ਕਰਜ਼ਾ ਨਹੀਂ ਸੀ, ਕੋਈ ਲਿਮਟ ਨਹੀਂ ਸੀ, ਆਪਦਾ ਉਹੀ ਕਮਾਉਂਦੇ ਸੀ, ਖਾ ਲੈਂਦੇ ਸੀ, ਕਰਜ਼ਾ ਕੋਈ ਨਹੀਂ ਸੀਗਾ। ਤੇ ਅਸੀਂ ਬਲਦ ਨਾਲ ਖੇਤੀ ਕਰ ਲੈਂਦੇ ਸੀ। ਫਿਰ ਇੱਥੇ ਕੋਈ ਭੁੱਖਮਾਰੀ ਵੀ ਨਹੀਂ ਸੀ ਉਸ ਵਕਤ? ਨਾ, ਕੋਈ ਭੁੱਖਮਾਰੀ ਨਹੀਂ ਸੀ। ਬਾਕੀ ਸਾਡਾ ਉਦੋਂ ਸਿਸਟਮ ਪੈਸੇ ਦਾ ਖਰਚ ਹੈ ਹੀ ਨਹੀਂ ਸੀ। ਜਿਹੜਾ ਸਾਡਾ ਪਿੰਡ 'ਤੇ ਕੋਈ ਮਿਸਤਰੀ ਸੀਗਾ ਉਹਦੇ ਵੀ ਅਸੀਂ ਮਣ ਕਣਕ ਦੇ ਦਿੰਦੇ ਵੀ ਸਾਡੇ ਸੰਦ ਸਮਾਰੀ ਚੱਲੀ। ਕੋਈ ਮਾੜਾ ਮਾੜਾ ਇੰਜਣ ਸਮਾਰਦਾ ਸੀ ਉਹਦਾ ਵੀ ਸਵਾ ਮਣ ਕਣਕ ਦੇ ਦਿੰਦੇ। ਯਾਨੀ ਕਣਕ ਦੀ ਦੇਣ ਲੈਣ ਸੀਗਾ, ਪੈਸਾ ਤੇ ਚੱਲਦੀ ਨਹੀਂ ਸੀ, ਪੈਸੇ ਦੀ ਸੀ। ਇਸ ਤਰ੍ਹਾਂ ਦੀ 1917 ਵਿੱਚ ਜਦ ਹਰੀ ਕ੍ਰਾਂਤੀ ਦੀ ਗੱਲ ਹੋਈ, ਉਸ ਤੋਂ ਬਾਅਦ ਹੀ ਕਰਜ਼ੇ ਔਰ ਸਭ ਮੁਸ਼ਕਿਲਾਂ ਸ਼ੁਰੂ ਹੋਈਆਂ। ਜਿੰਨੀਆਂ ਹੀ ਸਰਕਾਰ ਨੇ ਸਾਨੂੰ ਸਹੂਲਤਾਂ ਦੇਣੇ ਸ਼ੁਰੂ ਕਰਤੀਆਂ ਵੀ ਕਰਜ਼ੇ ਲਓ, ਵੱਧ ਉਤਪਾਦਨ ਕਰੋ, ਵੱਧ ਉਤਪਾਦਨ ਕੀਤਾ, ਬੜਾ ਫਾਇਦਾ ਹੋਇਆ। ਤੇ ਫਿਰ 3-3 ਦੀਆਂ ਮੋਟਰਾਂ ਲਾਈਆਂ, ਫਿਰ 5-5 ਦੀਆਂ ਕਰੀਆਂ, 10-10 ਦੀਆਂ ਕਰੀਆਂ, ਹੁਣ 20-20 ਦੀਆਂ ਮੋਟਰਾਂ ਕਰ ਲਈਆਂ ਸੀ। ਇਹ ਸਰਕਾਰ ਕਹਿੰਦੀ ਹਰੀ ਕ੍ਰਾਂਤੀ ਲਓ ਵੀ ਆਪਾਂ ਨੂੰ ਅਨਾਜ ਵੱਧ ਪੈਦਾ ਕਰੋ, ਵੱਧ ਪੈਦਾ ਕਰ ਲਿਆ। ਪਰ ਉਦੋਂ ਬਾਅਦ ਸਾਡਾ ਕਰਜ਼ਾ ਵੱਧ ਗਿਆ।
ਕਰਜ਼ਾ ਵਧਣ ਤੋਂ ਬਾਅਦ ਹੁਣ ਸਮਾਂ ਸਾਨੂੰ ਕਹਿੰਦੇ ਨੇ ਵੀ ਤੁਸੀਂ ਵੱਧ ਪੈਦਾ ਕਰ ਸਕਦੇ ਹੋ, ਸਟਾਕ ਸਮਝਦਾ ਨਹੀਂ ਹੈ, ਤੁਸੀਂ ਘੱਟ ਪੈਦਾ ਕਰਨਾ ਸੀ। ਇਹ ਸਰਕਾਰ ਜੇ ਆਪਦੀ ਸਹੀ ਨੀਤੀਆਂ ਹੁੰਦੀਆਂ, ਹੁਣ ਪਾਣੀ ਡੂੰਘੇ ਕਾਰਨ ਦਾ ਕਾਰਨ ਇਹੀ ਹੈ, ਕਿਤੇ ਸੋਕਾ ਆ ਜਾਂਦਾ, ਕਿਤੇ ਹੜ੍ਹ ਮਾਰ ਹੋ ਜਾਂਦਾ। ਸਰਕਾਰ ਜੇ ਪ੍ਰਬੰਧ ਕਰੇ, ਪਾਣੀ ਰੀਚਾਰਜ ਕਰ ਸਕਦੀ ਹੈ। ਜਦੋਂ ਸੀਜ਼ਨ ਆਫ ਹੁੰਦਾ, ਹੁਣ ਕਣਕ ਨੂੰ ਪਾਣੀ ਬੰਦ ਹੋ ਜਾਂਦਾ, ਉਹੀ ਪੈਸਾ ਰੀਚਾਰਜ ਕਰਨ ਦੇ ਲੱਗ ਜੇ ਤਾਂ ਪਾਣੀ ਇੱਥੇ ਹੀ ਰਹੇ। ਵਾਧੂ ਪਾਣੀ ਆਪਣਾ ਕਿੰਨਾ ਹਰੀਕੇ ਪੱਤਨ ਤੋਂ ਬਾਹਰ ਵਾਧੂ ਜਾ ਰਿਹਾ। ਜੇ ਸਰਕਾਰ ਦੀ ਨੀਤ ਸਾਫ਼ ਹੋਵੇ ਤਾਂ ਪਾਣੀ ਰੀਚਾਰਜ ਹੋਵੇ ਧਰਤੀ ਨਾਲ, ਇੱਕ ਨੰਬਰ ਪਾਣੀ ਹੈ, ਤੇ ਨਾਲ ਪਾਣੀ ਵੀ ਲੋਕਾਂ ਦੇ ਡੂੰਘੇ ਵੱਡੇ ਇੰਜਣਾਂ ਤੋਂ, ਵੱਡੇ ਟਰੈਕਟਰਾਂ ਤੋਂ ਛੁਟਕਾਰਾ ਮਿਲੇ। ਤੁਸੀਂ ਮਤਲਬ ਕੁੱਲ ਮਿਲਾ ਕੇ ਚਾਹੁੰਦੇ ਹੋ ਕਿ ਜੇ ਸਰਕਾਰ ਆਪਣੀ ਨੀਤੀ ਬਤਾਏ, ਕਿਸਾਨਾਂ ਦੀਆਂ ਅਸਲ ਮੁਸ਼ਕਲਾਂ ਸਮਝੇ, ਜੋ ਨੀਤੀਆਂ ਆ ਰਹੀਆਂ ਉਹ ਕਿਸਾਨ ਦੀ ਹਕੀਕਤ ਨੂੰ ਨਹੀਂ ਸਮਝ ਰਹੀਆਂ। ਸੋ ਇਹ ਇੱਕ ਜੇ ਮਤਲਬ ਜੋ ਇਹ ਗੱਲ ਸਮਝ ਆ ਰਹੀ ਹੈ, ਕਰਜ਼ੇ ਦੀ ਗੱਲ ਹੋਏ, ਪਾਣੀ ਦੀ ਗੱਲ ਹੋਏ, ਟਰੈਕਟਰ ਦੀ ਗੱਲ ਹੋਏ, ਹਰ ਗੱਲ ਤੇ ਨੀਤੀ ਵਿੱਚ ਕਿਸਾਨ ਦੀ ਹਕੀਕਤ ਨਜ਼ਰ ਨਹੀਂ ਆ ਰਹੀ। ਸਰਕਾਰ ਸੋਚ ਹੀ ਨਹੀਂ ਰਹੀ ਕਿਸਾਨ ਬਾਰੇ ਤਾਂ ਜੀ, ਕਿਸਾਨ ਬਾਰੇ ਤਾਂ ਸਰਕਾਰ ਸੋਚ ਹੀ ਨਹੀਂ ਰਹੀ, ਵਪਾਰੀਆਂ ਬਾਰੇ ਸੋਚ ਰਹੀ ਹੈ ਕਿਸਾਨ। ਬਟ ਇੱਕ ਇਹ ਵੀ ਕਹਿ ਦੋ ਨਾ ਵੀ ਕਿਸਾਨ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਮੁਫਤ ਪਾਣੀ ਲੈ ਲਓ, ਇਹ ਲੈ ਲਓ, ਤਾਂ ਵੋਟ ਵੀ ਪਾ ਦਿੰਦੇ। ਜਦ ਵੋਟ ਪਾ ਦਿੰਦੇ ਤਾਂ ਫਿਰ ਸਰਕਾਰ ਸਮਝੇਗੀ ਕਿੱਦਾਂ? ਇਹ ਜਿਹੜਾ ਮੁਫਤ ਬਿਜਲੀ ਦੀ ਗੱਲ ਹੈ ਨਾ, ਉਹ ਅਸੀਂ ਕਿਹੜਾ ਲੁਧਿਆਣੇ ਸਾਹਿਬ ਆਏ ਸੀਗੇ, ਆਪਣੇ ਬਾਦਲ ਸਾਹਿਬ ਨੇ ਆਉਣਾ ਸੀਗਾ, ਸਾਨੂੰ ਵੋਟਾਂ ਪਾਓ। ਅਸੀਂ ਤਾਂ ਇਹ ਕਿਹਾ ਸੀਗਾ ਵੀ ਸਾਨੂੰ ਜਿਹੜੇ ਬਿਜਲੀ ਦੇ ਬਿੱਲ ਭਰਨੇ ਪੈਂਦੇ ਨੇ ਨਾ, ਸਾਨੂੰ ਬਰਨਾਲੇ ਜਾਣਾ ਪੈਂਦਾ ਵੀ ਸਾਨੂੰ ਪਿੰਡ ਹੀ ਬਿੱਲ ਭਰਾ ਕੇ ਲੈ ਜਾ ਕਰੇ। ਉਹ ਦਿਨ ਦੀ ਮੋਟਰ ਦਾ 51 ਰੁਪਏ ਬਿੱਲ ਹੁੰਦਾ ਸੀ ਜੀ, ਵੀ ਸਾਨੂੰ ਪਿੰਡ ਬਿੱਲ ਭਰਨਾ ਪਾ ਸੌਖਾ। ਉਹ ਕਹਿੰਦਾ ਤੁਸੀਂ ਸਾਡੀ ਸਰਕਾਰ ਬਣਾ, ਤੁਹਾਨੂੰ ਬਿੱਲ ਮਾਫ ਕਰਾਂਗੇ ਅਸੀਂ, ਤੇ ਇਸ ਨੂੰ ਬਿੱਲ ਭਰਨ ਦੀ ਲੋੜ ਨਹੀਂ। ਸਾਡੇ ਤਾਂ ਇੱਕ ਮੋਟਰ ਸੀ, ਤਿੰਨ ਦੀ ਕਿਸੇ 2 ਮੋਟਰਾਂ ਸੀ। ਇਹ ਬਾਦ ਸਰਕਾਰ ਦੀਆਂ ਆਪਦੀਆਂ 50 ਮੋਟਰਾਂ ਇਹਨਾਂ ਦੀਆਂ। ਇਹ ਸਾਡੇ ਤੋਂ ਵੱਧ ਫਾਇਦਾ ਆਪਦਾ ਸਰਕਾਰ ਖੱਟ ਗਈ। ਇਹ ਸਾਡੇ ਬਿੱਲ ਨਹੀਂ ਮਾਫ ਕੀਤੇ, ਆਪਦੇ ਬਿੱਲ ਮਾਫ ਕੀਤੇ ਆ। ਸਾਨੂੰ ਸਹੀ ਬਿਜਲੀ ਮਿਲੇ ਤੇ 10 ਘੰਟੇ ਬਿਜਲੀ ਮਿਲੇ ਤੇ ਸਹੂਲਤ ਸਹੀ ਮਿਲੇ। 2 ਕਿਲੋ ਬਿੱਲ ਭਰਨ ਨੂੰ ਤਿਆਰ ਸੀ। ਇਹਨਾਂ ਨੇ ਆਪ ਹੀ ਕਿਹਾ ਵੀ ਬਿੱਲ ਅਸੀਂ ਫ੍ਰੀ ਕਰਾਂਗੇ ਤੇ ਸਾਡੀ ਸਰਕਾਰ ਬਣਾਓ। ਅਸੀਂ ਮੰਗ, ਸਾਡੇ ਕਿਸਾਨ ਦੀ ਕੋਈ ਮੰਗ ਹੀ ਨਹੀਂ ਸੀ ਵੀ ਬਿੱਲ ਮਾਫ ਕਰੋ ਸਾਡੇ। ਇਹਨਾਂ ਨੇ ਆਪ ਮਾਫ ਕੀਤਾ, ਆਪਦੇ ਵੱਡੇ ਘਰਾਣੇ ਵੋਟਾਂ ਲੈਣ ਦੀ ਖਾਤਰ, ਤੇ ਦੂਜੇ ਨੰਬਰ ਤੇ ਆਪਦੇ 20-50 ਮੋਟਰਾਂ ਆਪਦੀਆਂ ਸੀਗੀਆਂ ਤਾਂ ਮਾਫ ਕੀਤੇ। ਸਰਕਾਰ ਜਦੋਂ ਰੇਟ ਬਣਦੀ ਹੈ ਉਦੋਂ ਸਾਡੇ ਬਿਜਲੀ ਜਿਹੜੀ ਮੁਫਤ ਹੈਗੀ ਉਹਦਾ ਖਰਚਾ ਕੱਟ ਕੇ ਫੇਰ ਰੇਟ ਬੰਨੇ ਜਾਂਦੇ ਨੇ। ਸਾਨੂੰ ਮੁਫਤ ਕਦੋਂ ਆ ਬਿਜਲੀ? ਸਾਨੂੰ ਕੋਈ ਮੁਫਤ ਬਿਜਲੀ ਨਹੀਂ ਹੈ। ਸਾਡੀ ਲਾਗਤ ਜਿਹੜੀ ਆਉਂਦੀ ਆ ਉਹਦੇ ਤੋਂ ਕੱਟ ਕੇ ਫੇਰ ਰੇਟ ਬਣਦੀ ਆ। ਸਰਕਾਰ ਨੂੰ ਚਾਹੀਦਾ, ਕਿਸਾਨ ਇੱਕ ਅੰਨਦਾਤਾ ਹੈ, ਇਹਨੂੰ ਅੰਨਦਾਤੇ ਨੂੰ ਹਰੇਕ ਚੀਜ਼ ਫ੍ਰੀ ਚਾਹੀਦੀ ਹੈ। ਇਹ ਅੱਜ ਮਰਨ ਨੂੰ ਤਿਆਰ ਹੋਇਆ ਪਿਆਗਾ। ਇਹ ਹਰ ਰੋਜ਼ 2-4 ਮੌਤਾਂ ਹੁੰਦੀਆਂ ਨੇਗੀਆਂ। ਉਹ ਇਹੀ ਕਾਰਨ ਆ ਕਿ ਜਿਹੜਾ ਛੋਟਾ ਜ਼ਿਮੀਂਦਾਰ ਆ ਉਹ ਦਿਨੋਂ ਦਿਨ ਭੁੱਖਮਰੀ ਦਾ ਸ਼ਿਕਾਰ ਹੋਈ ਜਾਂਦਾ ਹੈ, ਕਰਜ਼ੇ ਥੱਲੇ ਦੱਬਿਆ। ਪਿੰਡ ਦੀਆਂ ਬਾਕੀ ਸਹੂਲਤਾਂ, ਸੜਕਾਂ ਦੀ ਗੱਲ ਕਰੀਏ, ਸਫਾਈ ਦੀ ਗੱਲ ਕਰੀਏ, ਸਕੂਲ ਦੀ ਗੱਲ ਕਰੀਏ, ਨਸ਼ੇ ਦੇ ਜਿਹੜਾ ਰੋਕ ਸੀ ਉਹਦੀ ਗੱਲ ਕਰੀਏ, ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਜੇ ਸਾਰੇ ਪਿੰਡ ਦੇ ਵਿੱਚੋਂ ਨੌਕਰੀ ਖਤਮ ਕਰਤੀ ਜਾਂ ਹੋਰ ਚੀਜ਼ਾਂ ਸਹੂਲਤਾਂ ਸਾਰੀਆਂ ਖਤਮ ਕਰਤੀਆਂ, ਕੱਲੀਆਂ ਅਸੀਂ ਨਾਲੀਆਂ 'ਚ ਖਾਲੀਆਂ ਨੂੰ ਕੀ ਕਰਾਂਗੇ? ਅਸੀਂ ਉਹਨਾਂ ਤੋਂ ਕੀ ਕੱਢਾਂਗੇ? ਉਹਨਾਂ 'ਚੋਂ ਸਾਡੇ ਮੁੰਡਿਆਂ ਨੂੰ ਰੁਜ਼ਗਾਰ ਮਿਲੇ। ਉਹ ਕਹਿੰਦੇ ਵੀ ਨੌਕਰੀਆਂ ਅਸੀਂ ਲੋਕਾਂ ਨੂੰ ਦਵਾਈਆਂ ਹੈਗੀਆਂ, ਆਂਕੜਾ ਇੱਕ ਦਿੰਦੇ ਹੈਗੇ ਜਿੱਦਾਂ ਅਸੀਂ ਵੀ ਲੱਖਾਂ ਨੌਕਰੀਆਂ ਲਗਵਾਈਆਂ, ਬਾਹਰ ਜਾਣਾ ਪੈਂਦਾ। ਉਹ ਆਈਆਂ ਨੌਕਰੀਆਂ ਕੋਈ ਇੱਥੇ ਕਿ ਕੋਈ ਇਹੋ ਜਿਹਾ ਹੈਗਾ ਜਿਹਨੂੰ ਨੌਕਰੀ ਮਿਲੀ ਹੋਏ? ਡੀਸੀ ਦਫ਼ਤਰ ਦੇ ਥਰੂ ਕੁਛ ਉਹ ਜਿਹੀਆਂ ਨੌਕਰੀਆਂ ਮਿਲਦੀਆਂ ਨੇ ਜਿਹੜੀਆਂ 5-5 4-4 ਹਜ਼ਾਰ ਦੀਆਂ ਪ੍ਰਾਈਵੇਟ ਨੌਕਰੀਆਂ ਨੇ। ਉਹ ਉਹਨਾਂ ਨੇ ਕੰਪਨੀਆਂ ਨੇ ਜਾਂ ਦੁਕਾਨਦਾਰਾਂ ਨੇ ਜਾਂ ਕਿਸੇ ਹੋਰ ਦਫ਼ਤਰਾਂ ਨੇ ਠੇਕੇ ਤੇ ਭਰਤੀ ਕਰਨੀ ਹੁੰਦੀ ਆ। ਉਹ ਤਾਂ ਜੇ ਸਰਕਾਰ ਨਾ ਵੀ ਕਹੂਗੀ ਤਾਂ ਵੀ ਉਹਨਾਂ ਦੀ ਲੋੜ ਆ, ਉਹਨਾਂ ਨੇ ਕਰਨੀ ਆ। ਉਹਦੇ 'ਚ ਵੀ ਤਾਂ ਨੌਜਵਾਨਾਂ ਦਾ ਸ਼ੋਸ਼ਣ ਹੋ ਰਿਹਾ। 5-7 ਹਜ਼ਾਰ ਦੀ ਕੋਈ ਨੌਕਰੀ ਹੁੰਦੀ ਆ, ਉਹਦੇ ਨਾਲ ਗੁਜ਼ਾਰਾ ਹੋ ਸਕਦਾ ਅੱਜ ਕੱਲ੍ਹ ਦੀ ਇੰਨੀ ਮਹਿੰਗਾਈ 'ਚ ਕਿਸੇ ਦਾ। ਤੇ ਉਹਨਾਂ ਨੂੰ ਉਹ ਕਹੀ ਜਾਂਦੇ ਕਿ ਲੱਖਾਂ ਦੀਆਂ ਨੌਕਰੀਆਂ ਦਿੱਤੀਆਂ ਨੇ। ਉਹ ਤਾਂ ਦਿੱਲੀ ਦੀਆਂ ਚੋਣਾਂ ਵੇਲੇ ਵੀ ਕੈਪਟਨ ਤਾਂ ਉੱਥੇ ਜਾ ਕੇ ਬੋਲਦੇ ਸੀ ਵੀ 1.5 ਲੱਖ ਨੌਕਰੀ ਦਿੱਤੀ, ਤੇ ਦਿੱਤੀ ਨੌਕਰੀ ਕੋਈ ਵੀ ਨਹੀਂ ਉਹਨੇ। ਇੱਥੇ ਨੌਕਰੀਆਂ ਬਾਰੇ ਕੋਈ ਹੋਰ ਕਹਿਣਾ ਚਾਹੁੰਦਾ? ਕੁਝ ਨੌਕਰੀਆਂ ਬਾਰੇ ਕਿਸੇ ਨੂੰ ਮਿਲੀ ਹੈ? ਨੌਕਰੀਆਂ ਦਿੱਤੀਆਂ ਨੇ 6-6, 5-5, 4-4 ਹਜ਼ਾਰ ਤੇ। ਨੌਕਰੀਆਂ ਬਾਰੇ ਤਾਂ ਆ ਜੀ ਮੈਡਮ, ਜਿਵੇਂ ਮੋਦੀ ਸਰਕਾਰ ਵਾਲੋ ਸੈਂਟਰ 'ਚ ਜਦੋਂ ਆਈ ਸੀ, ਉਹਨੇ ਕਿਹਾ ਵੀ ਹਰੇਕ ਸਾਲ ਅਸੀਂ 2 ਕਰੋੜ ਨੌਕਰੀਆਂ ਦੇਵਾਂਗੇ। ਅੱਜ 2 ਕਰੋੜ ਨੌਕਰੀਆਂ ਦੇਣ ਦੀ ਥਾਂ 12 ਕਰੋੜ ਜਿਹੜੀ ਉਹਨਾਂ ਨੌਕਰੀਆਂ ਤੋਂ ਹਟਾ ਦਿੱਤਾ ਗਿਆ। ਕਰੋਨਾ ਦੀ ਮਾਰ ਹੇਠ ਜਿਹੜਾ ਸਮੁੱਚੇ ਵਰਗ ਨੂੰ, ਭਾਵੇਂ ਮੁਲਾਜ਼ਮ ਵਰਗ ਆ ਜਾਂ ਹੋਰ ਵੀ ਵਰਗ ਆ, ਉਹਨੂੰ ਨਿਪੀੜਿਆ ਜਾ ਰਿਹਾ। ਜਿਹੜੀ ਮੋਦੀ ਸਰਕਾਰ ਆ ਜਾਂ ਕੈਪਟਨ ਸਰਕਾਰ ਆ, ਉਹ ਨਵੇਂ ਕਾਨੂੰਨ ਲਿਆ ਕੇ ਇਹ ਨੌਕਰੀਆਂ ਨੂੰ ਜਿਹੜਾ ਪੱਕੇ ਤੌਰ 'ਤੇ ਬੰਦ ਕਰਨ ਜਾ ਰਹੀ ਹੈ। ਨੌਕਰੀਆਂ ਤੇ ਵੀ ਸਰਕਾਰ ਨੂੰ ਤੁਸੀਂ ਕੋਈ ਆંકੜੇ ਨਹੀਂ ਦੋਗੇ? ਸੰਗਤ ਬੈਠੀ ਸਾਰੀ 15 ਸਾਲ ਹੋ ਗਏ ਮੇਰਾ ਮੁੰਡੇ ਮਰੀ ਨੂੰ, ਨਾਕੇ ਤੇ ਅਸੀਂ ਵੀ ਭਰਤੀ ਹੋਇਆ ਸੀ। ਉਹਨਾਂ ਨੇ ਕਿਹਾ ਸੀ 12 ਸਾਲ ਦਾ, ਜੇ 12ਵੀਂ ਪੜ੍ਹ ਗਿਆ ਮੁੰਡਾ ਵੀ ਉਹ ਮੁੰਡੇ ਨੂੰ ਭਰਤੀ ਕਰ ਲਾਂਗੇ। ਅੱਜ ਧੱਕੇ ਖਾਂਦੇ ਫਿਰਦੇ, ਕਿਸੇ ਸਰਕਾਰ ਨੇ ਨਹੀਂ ਪੁੱਛਿਆ, ਕਿਸੇ ਪੁਲਿਸ ਮਹਿਕਮੇ ਨੇ ਨਹੀਂ ਪੁੱਛਿਆ। ਨਾਕੇ ਤੇ ਸ਼ਹੀਦ ਹੋਇਆ। ਕੀ ਸਰਕਾਰਾਂ ਦੇਣਗੀਆਂ? ਜਦੋਂ ਮਰਿਆ ਮੈਨੂੰ ਦੇ ਦਿੰਦੇ, ਨਵੇਂ ਤਾਂ ਕੀ ਦੇਣਗੇ? ਪੈਨਸ਼ਨ ਦਾ ਕੀ ਹਾਲ ਹੈ? ਪੈਨਸ਼ਨ ਮਿਲਦੀ ਹੈ ਕਿਸੇ ਨੂੰ ਇੱਥੇ? 2000 ਤੋਂ ਬਾਅਦ 2004 ਤੋਂ ਬਾਅਦ ਜੋ ਵੀ ਭਰਤੀਆਂ ਹੋਈਆਂ ਨੇ, ਕਿਸੇ ਤੇ ਕੋਈ ਪੈਨਸ਼ਨ ਨਹੀਂ ਸਰਕਾਰੀ ਨੌਕਰੀ ਤੇ। 2004 ਤੋਂ ਪੈਨਸ਼ਨ ਬੰਦ ਕੀਤੀ ਹੋਈ ਹੈ ਇਹਨਾਂ ਨੇ। ਨਸ਼ੇ ਦੇ ਮੁੱਦੇ ਤੇ ਆਉਂਦੇ ਆ, ਉੱਥੇ ਕੀ ਹਾਲ ਹੈ? ਨਸ਼ਾ ਵਿਕਦਾ ਪਿਆ?
ਨਸ਼ਾ ਵਿਕਦਾ ਪਿਆਗਾ। ਜੇ ਕੋਈ ਫੜਿਆ ਵੀ ਜਾਂਦਾ ਬੰਦਾ ਤਾਂ ਉਹਨੂੰ ਵੀ ਪੁਲਿਸ ਇੱਥੇ ਪੈਸੇ ਲੈ ਕੇ ਛੱਡ ਦਿੰਦੀ ਹੈ। ਸਾਡੇ ਇੱਥੇ ਮੁੰਡਾ ਮਰਿਆ ਉਹਦੀ ਖਾਤਰ ਅਸੀਂ ਗਏ ਲੜੇ ਵੀ, ਕਿਹਾ ਵੀ ਗਾਹਾਂ ਵੀ ਐਂ ਕਰਕੇ ਜਦੋਂ ਅਸੀਂ ਆਹ 2 ਬੰਦੇ ਫੜਾਏ ਵੀ, ਫੜਾ ਕੇ ਉਹ ਬੰਦਿਆਂ ਨੂੰ ਵੀ ਪੁਲਿਸ ਨੇ ਛੱਡਤਾ। ਜੇ ਉਹੀ ਬੰਦਿਆਂ ਤੋਂ ਗਾਹਾਂ ਉਹ ਬੰਦੇ ਹੋਰ ਵੱਡੇ ਮਗਰਮੱਛ ਫੜੇ ਜਾਂਦੇ ਤਾਂ ਇੱਥੇ ਨਸ਼ਾ ਖਤਮ ਹੋ ਜਾਂਦਾ। ਨਸ਼ਾ ਇੱਥੇ ਵਿਕਦਾ ਹੈ, ਚੋਰੀ ਸਪੋਰੀ ਵਿਕਦਾ ਹੈ। ਤੇ ਤੁਹਾਨੂੰ ਆਪਣੇ ਪਿੰਡ 'ਚ ਪਤਾ ਨਹੀਂ ਹੁੰਦਾ ਕਿ ਵੀ ਇਹ ਬੰਦਾ ਸਾਡਾ ਜਾਂ ਇਹ ਕੁੜੀ ਸਾਡੀ ਨਸ਼ੇ ਦਾ ਵਪਾਰ ਕਰਦੀ ਪਈ, ਇਹਨੂੰ ਅਸੀਂ ਫੜੀਏ ਸਮਝਾਈਏ? ਆਪ ਪੰਚਾਇਤ 'ਚ ਬੁਲਾ ਕੇ ਪੈਸੇ ਦੇ ਲਾਲਚ 'ਚ ਸਾਰਾ ਕੁਝ ਉਹ ਕਰੀ ਜਾ ਰਹੇ ਆ। ਉਹਨਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ। ਜਿਹੜੇ ਇਹੋ ਜਿਹੇ ਲਾਲਚੀ ਲੋਕ ਹੁੰਦੇ ਆ ਉਹੀ ਨਸ਼ੇ ਦਾ ਵਪਾਰ ਕਰਦੇ ਆ। ਤੇ ਕੋਈ ਵੀ ਨਸ਼ਾ ਸਰਕਾਰਾਂ ਦੀ ਸਹਿਮਤੀ ਤੋਂ ਬਿਨਾ, MLA MP ਦੀ ਸਹਿਮਤੀ ਤੋਂ ਬਿਨਾ ਉਹੀ ਉਹਨਾਂ ਨੂੰ ਬਚਾਉਂਦੇ ਆ, ਉਹੀ ਨਸ਼ਾ ਬਕਾਉਂਦੇ ਆ, ਉਹੀ ਵੇਚਦੇ ਆ। ਉਹਨਾਂ ਨੇ ਇੱਕ ਵਪਾਰ ਬਣਾਏ ਹੋਏ ਆ। ਲੋਕਾਂ ਨਾਲ ਸਾਡੀਆਂ ਸਰਕਾਰਾਂ ਨੂੰ ਕੋਈ ਸਰੋਕਾਰ ਨਹੀਂ। ਤੇ ਜੇ ਲੋਕ ਫੜ ਕੇ ਵੀ ਫੜਾ ਵੀ ਦਿੰਦੇ ਆ ਪੁਲਿਸ 'ਚ ਵੀ ਆ ਨਸ਼ਾ ਵੇਚਦਾ ਇਹਨੂੰ ਤੁਸੀਂ ਫੜੋ, ਤਾਂ ਵੀ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ, ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਸਰਕਾਰ ਇਹ ਦਾਅਵਾ ਕਰਦੀ ਹੈ ਪਹਿਲਾਂ ਨਾਲੋਂ ਨਸ਼ਾ ਬੜਾ ਘਟਿਆ। ਅੱਜ ਤੋਂ 4 ਸਾਲ ਪਹਿਲੇ ਦੂਜੀ ਸਰਕਾਰ ਸੀ, ਉਹਨਾਂ ਦੇ ਦੌਰ ਵਿੱਚ ਵਧਿਆ ਸੀ ਤੇ ਅੱਜ ਸਰਕਾਰਾਂ ਦੇ ਖੋਲੇ ਹੋਏ ਨੇ ਦੁਕਾਨਾਂ। ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, ਉੱਤੇ 3 ਦੁਕਾਨਾਂ ਜਿਹੜੀਆਂ ਕੋਈ ਨਸ਼ਾ ਬੰਦ ਕਰਾਉਣ ਵਾਲੀਆਂ ਨੇ, ਉਹ ਜ਼ਹਿਰਾਂ ਨੇ। ਤੁਸੀਂ ਨਸ਼ਾ ਛਡਾਓ ਕੇਂਦਰ ਦੀ ਗੱਲ ਕਰ 300 ਰੁਪਏ ਦਾ ਪੱਤਾ ਦਿੰਦੇ ਆ, ਉਹ 10 ਦਿਨਾਂ 'ਚ ਖਾ ਜਾਂਦਾ ਅਗਲਾ। ਮੈਂ ਤਾਂ ਇਹੀ ਗੱਲ ਕਹਿਣਾ ਵੀ ਉਹ ਨਸ਼ਾ ਛਡਾਉਂਦੇ ਨਹੀਂ। ਐਡੀ ਦੁਕਾਨ ਲੱਗੀ ਹੁੰਦੀ ਆ 15 20 ਇੱਕ ਦੇ ਨਾਲ, ਮੈਂ ਵੀ ਇੱਕ ਦੇ ਨਾਲ ਜਾਂਦਾ। ਤੁਸੀਂ ਨਸ਼ਾ ਛਡਾਓ ਕੇਂਦਰ ਤੋਂ ਸਿਵਾਏ ਜਿਹੜਾ ਚਿੱਟਾ ਦੀ ਵਿਕਰੀ ਹੁੰਦੀ ਉਹਦੇ ਵਿੱਚ ਘਾਟਾ ਆਇਆ ਕਿ ਨਹੀਂ ਆਇਆ? ਵੀ ਜਿਵੇਂ ਪਹਿਲੇ ਵਿਕਦਾ ਸੀ ਉਸ 'ਚ ਘਟਿਆ ਕਿ ਨਹੀਂ ਘਟਿਆ? ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ, ਨੌਜਵਾਨਾਂ ਦਾ ਥੋੜਾ ਜਿਹਾ ਝੁਕਾਅ ਹੈ ਜਿਹੜਾ ਉਹ ਕਿਸਾਨ ਅੰਦੋਲਨ ਵੱਲ ਨੂੰ ਵਧਿਆ। ਉਹਦੇ ਨਾਲ ਘਟੀ ਹੈ, ਸਪਲਾਈ ਨਹੀਂ ਘਟੀ, ਮੰਗ ਘਟੀ ਹੈ ਥੋੜੀ। ਨੌਜਵਾਨਾਂ ਨੇ ਆਪਦਾ ਰੁਝਾਨ ਬਦਲਿਆ, ਗੰਦੇ ਗੀਤਾਂ ਤੋਂ, ਗੰਦੇ ਕਲਚਰ ਤੋਂ ਰੁਝਾਨ ਥੋੜਾ ਬਦਲਿਆ ਕਿ ਖੇਤੀ ਵੱਲ ਨੂੰ, ਦੀਆਂ ਸਮੱਸਿਆਵਾਂ ਵੱਲ ਨੂੰ, ਲੋਕ ਸਮੱਸਿਆਵਾਂ ਵੱਲ ਦਾ ਸਹਾਇਤਾ ਜਿਹੜਾ ਰਚਿਆ ਜਾਣ ਲੱਗਾ। ਗੀਤਾਂ ਦਾ ਕਲਚਰ ਉਹ ਜਿਹਾ ਆਉਣ ਲੱਗਿਆ। ਤੇ ਜੇ ਉਹ ਕਹੀਏ ਕਿ ਸਪਲਾਈ ਘਟੀ ਹੈ, ਸਪਲਾਈ ਤੇ ਕੋਈ ਫਰਕ ਨਹੀਂ ਪਿਆ ਹੈਗਾ। ਤੇ ਇਸ ਕਰਕੇ ਕਿਸਾਨੀ ਵੱਲ ਨੂੰ ਨੌਜਵਾਨਾਂ ਦਾ ਝੁਕਾਅ ਵਧਣ ਨਾਲ ਨਸ਼ਿਆਂ ਦਾ ਕੁਝ ਫਰਕ ਲੱਗ ਰਿਹਾ ਸਾਡੇ ਸਮਾਜ ਦੇ ਵਿੱਚ ਦੇਖਣ ਨੂੰ। ਹਾਂਜੀ, ਤੁਸੀਂ ਕੀ ਕਹਿਣਾ? ਮੈਂ ਨਸ਼ਾ ਛਡਾਊ ਕੇਂਦਰ 'ਚ ਮੈਂ ਕੰਮ ਕਰ ਰਿਹਾ, ਮੈਂ ਸੇਵਾ ਕਰ ਰਿਹਾ ਉੱਥੇ। ਤੇ ਪਰ ਨਸ਼ੇ ਦੀ ਜਿਵੇਂ ਨੌਜਵਾਨਾਂ 'ਚ ਜਿੰਨੀ ਚਾਹਤ ਹੈਗੀ ਹੈ ਨਸ਼ੇ ਦੀ, ਨਸ਼ੇ ਨੂੰ ਲੈ ਕੇ, ਉਹਦਾ ਕਾਰਨ ਬੇਰੁਜ਼ਗਾਰੀ ਹੈਗੀ ਆ। ਉਹਨੂੰ ਅਸੀਂ ਬੇਰੁਜ਼ਗਾਰੀ ਨੂੰ ਜਦੋਂ ਦੇਖਦੇ ਹਾਂ, ਜੇ ਰੁਜ਼ਗਾਰ ਨਹੀਂ ਮਿਲਦਾ ਤਾਂ ਨੌਜਵਾਨਾਂ ਨੂੰ ਭੁਜਲਾ ਕੇ ਉਹ ਨਸ਼ੇ ਵੱਲ ਨੂੰ ਲੈ ਜਾਂਦੇ ਆ। ਨਸ਼ੇ ਛਡਾਊ ਕੇਂਦਰ ਦੇ ਵਿੱਚ ਜਦੋਂ ਨੌਜਵਾਨ ਦਾਖਲ ਹੁੰਦੇ ਮੈਮ, ਉਦੋਂ ਅਸੀਂ ਵੇਖਦੇ ਹਾਂ ਜਦੋਂ ਮਾਵਾਂ ਉੱਥੇ ਜਾਂਦੀਆਂ, ਰੋਟੀ ਲੈ ਕੇ ਜਾਂਦਾ, ਕੋਈ ਬਾਪੂ ਜਾਂਦਾ, ਤਾਂ ਉਹ ਸੱਚੀ ਮੁੱਚੀ ਧਾਹਾਂ ਮਾਰ ਕੇ ਰੋਂਦੇ ਆ। ਉਹ ਵੇਖੇ ਨਹੀਂ ਜਾਂਦੇ ਸਾਡੇ ਕੋਲੋਂ। ਨਸ਼ੇ ਦੀ ਜਿਹੜੀ ਵਿਕਰੀ ਆ ਉਹ ਦਿਨੋਂ ਦਿਨ ਵੱਧ ਰਹੀ ਆ। ਜਿਵੇਂ ਮੈਮ ਨੇ ਦੱਸਿਆ ਵੀ ਨੌਜਵਾਨ ਜ਼ਰੂਰ ਅੱਗੇ ਨਾਲੋਂ ਘਟੇ ਨੇ, ਉਹ ਕਿਸਾਨੀ ਸੰਘਰਸ਼ ਵੱਲ, ਆਪਣੀਆਂ ਮੰਗਾਂ ਵੱਲ ਥੋੜ੍ਹਾ ਧਿਆਨ ਦੇਣ ਲੱਗੇ ਨੇ। ਇਸ ਸੰਘਰਸ਼ ਦਾ ਸਾਡੇ ਤੇ ਬਹੁਤ ਅਸਰ ਪੈ ਰਿਹਾ, ਸਾਡੇ ਪੂਰੇ ਜੀਵਨ ਤੇ ਅਸਰ ਇਹਦਾ ਅਸਰ ਪੈ ਰਿਹਾ। ਇਸ ਗੱਲ ਤੇ ਆਉਂਦੇ ਆ ਕਿ ਜਿਵੇਂ ਤੁਸੀਂ ਕਹਿ ਰਹੇ ਨੌਜਵਾਨਾਂ ਤੇ ਅਸਰ ਪਿਆ, ਉਹ ਮੈਨੂੰ ਵੀ ਨਜ਼ਰ ਆਉਂਦਾ। ਜਿਹੜੇ ਨੌਜਵਾਨ ਇੱਥੇ ਸੀਗੇ ਉੱਥੇ ਜਾ ਕੇ, ਦਿੱਲੀ ਜਾ ਕੇ ਬੜੀ ਵੱਖਰੀ ਉਹਨਾਂ ਦੇ ਕਿਰਦਾਰ ਨਜ਼ਰ ਆਉਂਦਾ ਹੈਗਾ। ਇੱਕ ਮਕਸਦ ਚਾਹੀਦਾ ਸੀ ਜ਼ਿੰਦਗੀ ਵਿੱਚ, ਸੋ ਮਕਸਦ ਮਿਲ ਗਿਆ। ਪਰ ਇੱਥੇ ਭਾਈਚਾਰੇ ਵਿੱਚ ਜੋ ਪਿੰਡ ਵਿੱਚ ਕਿਹਾ ਜਾਂਦਾ ਵੀ ਇੱਥੇ ਵੀ ਹੁਣ ਜਾਤ ਪਾਤ ਨੂੰ ਬੜਾ ਮੰਨਿਆ ਜਾਂਦਾ ਹੈਗਾ, ਇੱਥੇ ਫਰਕ ਪਿਆ ਹੁਣ? ਉਹ ਜਿਹੜਾ ਪਹਿਲਾਂ ਹੁੰਦਾ ਸੀ ਰਲਣਾ ਮਿਲਣਾ, ਉਹ ਹੋ ਰਿਹਾ ਕਿ ਨਹੀਂ? ਮੈਮ ਅੱਗੇ ਨਾਲੋਂ ਕੁਝ ਫਰਕ ਪਿਆ ਜੀ। ਪਹਿਲਾਂ ਥੋੜ੍ਹਾ ਜਿਹਾ ਤੋੜਤਾ ਸੀ ਸਰਕਾਰਾਂ ਨੇ, ਉਹਨਾਂ ਨੂੰ ਵੰਡਤਾ ਸੀਗਾ ਵੱਖ-ਵੱਖ ਥਾਵਾਂ 'ਤੇ ਵੀ ਆਹ ਫਲਾਣੇ ਧਰਮ ਦਾ, ਫਲਾਣੀ ਜਾਤ ਦਾ। ਪਰ ਹੁਣ ਥੋੜ੍ਹੀ ਜਿਹੀ ਗਲਵੱਕੜੀ ਪਈ ਹੈ ਜੀ। ਹੁਣ ਜੋ ਕਿਸਾਨ ਸੰਘਰਸ਼ ਨੇ ਇੱਕ ਗੱਲ ਤਾਂ ਤੋੜੀ ਆ ਵੀ ਜਿਹੜੇ ਸਾਰੀਆਂ ਧਿਰਾਂ ਨੇ, ਸਾਰੀਆਂ ਜਥੇਬੰਦੀਆਂ ਨੇ, ਉਹ ਇਕੱਠੀਆਂ ਹੋ ਕੇ ਬੈਠੀਆਂ ਨੇ। ਭਾਵੇਂ ਉਹਨਾਂ ਦੇ ਵਿਚਾਰ ਤਰਕ ਬਿਖਰੇਵੇਂ ਹੈਗੇ ਆ, ਪਰ ਇਸ ਗੱਲ ਨੇ ਤੋੜਿਆ ਵੀ ਸਾਡੀਆਂ ਮੰਗਾਂ ਸਾਂਝੀਆਂ ਨੇ। ਇਹ ਤੋਂ ਪਹਿਲਾਂ ਨਹੀਂ ਹੁੰਦਾ ਸੀਗਾ ਕਿ ਵੀ ਜਿਹੜਾ ਅਕਾਲੀ ਦਾ ਜਾਂ ਕਾਂਗਰਸ ਦਾ ਜਾਂ ਆਪ ਦਾ ਉਹ ਇਕੱਠੇ ਬੈਠਦੇ ਸੀ? ਇਕੱਠੇ ਨਹੀਂ ਬੈਠਦੇ ਸੀ? ਇਕੱਠਾ ਅੱਗੇ ਨਾਲੋਂ ਬਹੁਤ ਫਰਕ ਪਿਆ ਜੀ। ਅੱਗੇ ਇਕੱਠੇ ਨਹੀਂ ਸੀ ਬਹਿੰਦੇ। ਅੱਗੇ ਅਸੀਂ ਇੱਕ ਦੂਜੇ ਨੂੰ ਨਫ਼ਰਤ ਵਾਲੀ ਨਿਗਾਹ ਨਾਲ ਵੀ ਯਾਰ ਇਹ ਤਾਂ ਸਾਡਾ ਵੋਟਾਂ ਵਾਲੇ ਮਸਲੇ 'ਚ ਅਸੀਂ ਇੱਕ ਦੂਜੇ ਨੂੰ ਵਖਰੇਵਾਂ ਰੱਖਦੇ ਸੀ। ਪਰ ਇਸ ਗੱਲ ਨੇ ਸਾਨੂੰ ਗਲਵੱਕੜੀ 'ਚ ਲਿਆ। ਸਾਨੂੰ ਚੋਣਾਂ ਹੀ ਫਿਰਕਾ ਪ੍ਰਸਤੀ ਦੇ ਆਧਾਰ ਤੇ ਲੜਦੀ ਸੀ, ਜਾਤਾਂ ਪਾਤਾਂ 'ਚ ਵੰਡ ਕੇ। ਕੋਈ ਵੀ ਆ ਖੜੇ ਹੋ ਗਏ, ਬਸਪਾ ਵਾਲੇ ਖੜੇ ਹੋ ਗਏ, ਕਾਂਗਰਸ ਵਾਲੇ ਹੋ ਗਏ, ਅਕਾਲੀ ਹੋ ਗਏ, ਇਹ ਜਾਤਾਂ ਅਤੇ ਆਧਾਰ ਤੇ ਚੋਣਾਂ ਲੜਦੇ ਸੀ। ਅੱਜ ਅਸੀਂ ਇੰਨੇ ਮੁੱਦਿਆਂ ਦੀ ਗੱਲ ਕੀਤੀ ਤੇ ਗੱਲ ਇੱਥੇ ਆਉਂਦੀ ਕਿ ਕਿਸਾਨੀ ਸੰਘਰਸ਼ ਨੇ ਸਾਨੂੰ ਸਭ ਨੂੰ ਬਦਲਿਆ ਹੈਗਾ। ਸ਼ਾਇਦ ਅਸੀਂ ਵੀ ਕਿਸੇ ਕਾਨੂੰਨ ਨੂੰ ਇੰਨੀ ਬਰੀਕੀ ਨਾਲ ਨਹੀਂ ਪੜ੍ਹਿਆ ਹੋਏਗਾ ਜਿੰਨਾ ਇਸ ਕਾਨੂੰਨ ਨੂੰ, ਇਹ ਕਾਲੇ ਕਾਨੂੰਨ ਨੂੰ ਪੜ੍ਹਿਆ ਹੈਗਾ। ਪੜ੍ਹਨ ਦੀ ਆਦਤ ਤਾਂ ਪੈ ਗਈ ਸਾਨੂੰ ਥੋੜ੍ਹੀ ਜਿਹੀ, ਤੇ ਇਹਦੇ ਨਾਲ ਜਿਹੜੀਆਂ ਆਉਣ ਵਾਲੀਆਂ ਚੋਣਾਂ ਹੈ ਉੱਤੇ ਫਰਕ ਪਏਗਾ। ਤੁਸੀਂ ਵੋਟ ਹੁਣ ਕਿਸ ਬਿਨਾਂ ਤੇ ਪਾਓਗੇ? ਨਹੀਂ, ਅਸੀਂ ਤਾਂ ਪਹਿਲਾਂ ਵੀ ਨਹੀਂ ਪਾਉਂਦੇ ਮੈਮ।
ਅਸੀਂ ਤਾਂ ਵੋਟਾਂ ਦਾ ਵੈਸੇ ਸਿਸਟਮ ਇਹਨੂੰ ਠੀਕ ਨਹੀਂ ਸਮਝਦੇ ਅਸੀਂ ਇਸ ਸਿਸਟਮ ਨੂੰ ਬਦਲਣਾ ਚਾਹੁੰਦੇ ਹਾਂ। ਵੋਟ ਪਊਗੀ ਉਸ ਹਿਸਾਬ ਨਾਲ ਹੀ, ਜੇ ਸ਼ੁਭਨ ਅਕਾਲੀ ਦਲ ਨੂੰ ਪਾਉਂਦਾ ਜਾਂ ਹੋਰ ਪਾਉਂਦਾ, ਜੇ ਨਵਾਂ ਕੋਈ ਲੀਡਰ ਨਹੀਂ ਉੱਠਦਾ ਮਾਰੋ ਕਿਸਾਨ ਦਾ ਤਾਂ ਜਿਵੇਂ ਤੁਸੀਂ ਕਿਸਾਨੀ ਕਾਨੂੰਨ ਪੜ੍ਹੇ ਹੈ, ਖੇਤੀ ਕਾਨੂੰਨ ਪੜ੍ਹੇ ਹੈ, ਮੈਨੀਫੈਸਟੋ ਪੜ੍ਹੋਗੇ? ਹਾਂਜੀ ਹਾਂ ਪੜਾਂਗੇ ਜੀ। ਉਹਨੂੰ ਸਵਾਲ ਵੀ ਕਰਾਂਗੇ, ਹੁਣ ਜਿੰਨੇ ਅੱਗੇ ਨੂੰ ਲੋਕਾਂ ਦਾ ਫਰਕ ਪੈ ਗਿਆ, ਸਵਾਲ ਕਰਦੇ ਦੱਸੋ ਭਾਈ ਤੁਸੀਂ ਅੱਗੇ ਇੰਨੇ ਵਾਅਦੇ ਕਰੇ ਸੀ ਆਹ ਪੂਰੇ ਨਹੀਂ ਕਰੇ, ਚਾਹੇ ਉਹ ਅਕਾਲੀ ਚਾਹੇ ਕਾਂਗਰਸੀ ਹੈ। ਵੋਟਾਂ ਪੈਣਗੀਆਂ ਪਰ ਉਹ ਅੱਗੇ ਲੜਾਈ ਜਿੱਦ ਬਹਿਸ ਨਹੀਂ, ਇੱਕ ਟੇਬਲ ਤੇ ਪੈਣਗੀਆਂ। ਪਿੰਡ ਵਿੱਚ ਅਸੀਂ ਉਹ ਜਿਹੜੇ ਅਕਾਲੀ ਕਾਂਗਰਸ ਦੇ ਨਹੀਂ, ਮੈਨੀਫੈਸਟੋ ਤੇ ਅਕੋਰਡਿੰਗਲੀ ਵੋਟ ਪਾਵਾਂਗੇ। ਚਲੋ ਜੀ, ਆਪਾਂ ਆਪਣਾ ਮੈਨੀਫੈਸਟੋ ਬਣਾਉਣਾ ਹੋਏ, ਹਾਂ ਸੋ ਇੱਕ ਵਾਰੀ ਕੋਈ ਵੀ ਸਰਕਾਰ ਐਸੀ ਕਹੀ ਅਸੀਂ ਸਾਨੂੰ ਇਹ ਚਾਹੀਦਾ ਹੈ, ਕੀ ਮੰਗਾਂਗੇ? ਮੈਨੀਫੈਸਟੋ ਵਿੱਚੋਂ 5 ਕੀ ਚੀਜ਼ਾਂ ਮੰਗ ਸਕਦੇ ਹਾਂ ਜਿਹਦੇ ਨਾਲ ਸਾਨੂੰ ਲੱਗਦਾ ਕਿ ਹਾਂ ਇਹ ਪਿੰਡ ਦਾ ਜਿਹੜਾ ਸਿਸਟਮ ਹੈ ਜਾਂ ਸਾਰੇ ਪਿੰਡਾਂ ਦਾ ਸਿਸਟਮ ਹੈ ਉਹ ਬਦਲ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਰੁਜ਼ਗਾਰ ਮੰਗਾਂਗੇ, ਮਹਿੰਗਾਈ ਘੱਟ ਕਰਨ ਲਈ ਕਹਾਂਗੇ। 2 ਤਾਂ ਸਾਡੀਆਂ ਹੀ ਮੇਨ ਮੰਗਾਂ ਨੇ। ਰੋਜ਼ਗਾਰ, ਤੁਸੀਂ ਰੋਜ਼ਗਾਰ ਨੂੰ ਸਰਕਾਰੀ ਨੌਕਰੀ ਕਹਿੰਦੇ, ਰੋਜ਼ਗਾਰ ਨੂੰ ਕੀ ਕਹਿੰਦੇ ਹੋ? ਨਹੀਂ, ਰੋਜ਼ਗਾਰ ਨੌਕਰੀ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹੋਵੇ, ਬੰਦੇ ਦਾ ਗੁਜ਼ਾਰਾ ਤਾਂ ਹੁੰਦਾ ਹੋਵੇ ਨਾ। ਨਹੀਂ, ਪ੍ਰਾਈਵੇਟ ਤਾਂ ਆਲਰੇਡੀ ਕਹਿੰਦੇ ਉਹ ਦਿੰਦੇ, ਪਰ ਪ੍ਰਾਈਵੇਟ ਦੀ ਕੀਮਤ ਤੇ ਉਨੀ ਜਿਵੇਂ ਫੋਰਨ ਦੇ ਵਿੱਚ ਚੱਲ ਰਿਹਾ, ਉਹਨਾਂ ਦੇ ਰੇਟ ਤੈਅ ਨੇ ਨਾ, ਇਦੋਂ ਘੱਟ ਨੌਕਰੀ, ਇਦੋਂ ਘੱਟ ਤਨਖਾਹ ਦੇਣੀ ਨਹੀਂ। ਅੱਛਾ, ਘੱਟ ਤੋਂ ਘੱਟ ਨੌਕਰੀ ਕਿੰਨੇ ਦੀ ਹੋਣੀ ਚਾਹੀਦੀ? ਘੱਟ ਤੋਂ ਘੱਟ ਨੌਕਰੀ ਕਿੰਨੇ ਦੀ ਹੋਣੀ ਚਾਹੀਦੀ? ਘੱਟ ਤੋਂ ਘੱਟ ਨੌਕਰੀ 25,000 ਦੀ ਹੋਣੀ ਚਾਹੀਦੀ ਆ, ਮਿਨੀਮਮ 25,000 ਦੀ ਹੋਣੀ ਚਾਹੀਦੀ ਹੈ ਗੁਜ਼ਾਰਾ ਕਰਨ ਲਈ। ਤੁਸੀਂ ਕੀ ਕਹਿੰਦੇ ਹੋ? ਜਿਹੜੀਆਂ ਆਉਣ ਵਾਲੀਆਂ ਵੋਟਾਂ ਨੇਗੀਆਂ, ਜਿਵੇਂ ਪਿਛਲੇ ਸਾਲਾਂ 'ਚ ਚੋਣ ਮੈਨੀਫੈਸਟੋ ਬਣਾਇਆ, 50% ਲੋਕਾਂ ਨੂੰ ਇਹਨਾਂ ਦੇ ਚੋਣ ਮੈਨੀਫੈਸਟੋ 'ਤੇ ਵਿਸ਼ਵਾਸ ਨਹੀਂ ਰਿਹਾ, ਕਿਉਂਕਿ ਜਿਵੇਂ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਸਹੁੰ ਖਾਧੀ ਵੀ ਨਸ਼ਾ ਖਤਮ ਕਰਾਂਗੇ, ਉਹ ਨਸ਼ਾ ਨਹੀਂ ਖਤਮ ਹੋਇਆ। ਜਾਂ ਉਹਨਾਂ ਨੇ ਕਿਹਾ ਜੀ ਵੀ ਇੰਨੇ ਲੱਖ ਨੌਕਰੀਆਂ ਦੇਵਾਂਗੇ, ਨੌਕਰੀਆਂ ਦੇਣ ਦੀ ਬਜਾਏ ਉਹ ਨੌਕਰੀਆਂ ਜਿਹੜੀਆਂ ਪੋਸਟਾਂ ਖਤਮ ਕੀਤੀਆਂ ਗਈਆਂ, ਨੌਕਰੀਆਂ ਦਿੱਤੀਆਂ ਨਹੀਂ ਗਈਆਂ। ਇਸ ਲਈ ਆਉਣ ਵਾਲਾ ਜਿਹੜਾ ਚੋਣ ਮੈਨੀਫੈਸਟੋ ਆ ਉਹਦਾ 50% ਲੋਕਾਂ 'ਤੇ ਵਿਸ਼ਵਾਸ ਨਹੀਂ ਹੋਣਾ, ਉਹਨਾਂ ਪਾਰਟੀਆਂ ਦਾ ਵਿਸ਼ਵਾਸ ਨਹੀਂ ਕਰਨਾ ਵੀ ਚੋਣ ਜਾਂ ਤਾਂ ਐਂ ਵੀ ਕੋਈ ਕਾਨੂੰਨ ਬਣੇ ਵੀ ਚੋਣ ਮੈਨੀਫੈਸਟੋ ਜੋ ਆਪਣੀ ਪਾਰਟੀ ਲਾਗੂ ਕਰਦੀ ਹੈ ਉਹਨੂੰ ਉਹ ਲਾਗੂ ਕਰਨਾ ਆਪਣਾ ਪੂਰਾ ਕਰੇ, ਵੀ ਵਾਅਦਾ ਕਰੇ, ਇਹੋ ਜਿਹਾ ਕਾਨੂੰਨ ਬਣੇ ਵੀ ਜਿਹੜਾ ਚੋਣ ਮੈਨੀਫੈਸਟੋ ਜਾਰੀ ਕਰਦੇ ਆ ਉਹਨੂੰ ਲਾਗੂ ਹੋਵੇ ਜੀ। ਪੰਜਾਬ ਦੀਆਂ ਬੀਬੀਆਂ ਥੋੜੀ ਚੁੱਪ ਰਹਿਣ ਵਾਲੀਆਂ, ਤੁਸੀਂ ਸੰਘਰਸ਼ ਲਾ ਕੇ ਹੋ ਕੇ ਆਏ ਹੋ। ਸਾਰੇ ਇੱਕ ਬਣਨਗੇ, ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ। ਹਾਂ ਨਹੀਂ, ਅਸੀਂ ਨਹੀਂ ਪਾਉਣੀ, ਅਸੀਂ ਸਾਰੇ ਇੱਕ ਬਣਦੇ ਆ ਵੀ ਸਾਰੇ ਇੱਕ ਬਣ ਜਾਣ। ਜਿਹੜੇ ਕਹਿੰਦੇ ਵੋਟਾਂ ਪਾਵਾਂਗੇ ਅਸੀਂ ਜਮੇ ਨਹੀਂ ਪਾਉਣੀਆਂ। ਸਰਕਾਰ ਕਿੱਦਾਂ ਚੱਲੇਗੀ? ਕਿੱਥੇ ਚਲੀ ਜਾਵੇ, ਸਾਨੂੰ ਇਹ ਸਰਕਾਰ ਦਾ ਕੀ ਟਿਕਾ? ਸਾਡੇ ਤਾਂ ਬੰਦੇ ਉੱਥੇ ਬਣਦੇ ਨੇ, ਜਵਾਕ ਸਾਡੇ ਉੱਥੇ ਮਰਦੇ ਨੇ 20-20 ਸਾਲ ਦੇ, ਜਿਹੜੇ ਵਿਆਹੇ ਵੀ ਨਹੀਂ। ਅਸੀਂ ਨਹੀਂ ਕਰ ਰਹੇ, ਸਾਡਾ ਕਹਿੰਦੇ ਜਵਾਬ ਹੈ ਸਾਰਾ ਮੋਦੀ ਕਰ ਦੇਵੇ ਸਾਡੇ ਕਾਨੂੰਨ ਲੱਦ ਵੋਟਾਂ ਪਾ ਦਾਂਗੇ, ਨਹੀਂ ਉਹਨਾਂ 'ਚ ਅਸੀਂ ਵੋਟ ਨਹੀਂ ਪਾਵਾਂਗੇ। ਤੁਸੀਂ ਦਿੱਲੀ ਗਏ ਸੀਗੇ? ਦਿੱਲੀ ਜਾਂਦੇ ਸਾਡੇ ਬੰਦੇ, ਸਾਡੇ ਕਹੇ ਤਾਂ ਮਟਾ ਦੇਵੋਗੇ। ਜਾਂ ਹੁਣ ਜਾਨੀ ਆ ਮੈਂ, ਹੁਣ ਵਗ ਜਾਨੀ ਦਿੱਲੀ, ਹੁਣ ਭਾਜੂ। ਇੱਥੇ ਬਣਾ ਲੈ ਸਾਡਾ ਜੱਦੀ ਧਰਨਾਗਾ, 5 ਮਹੀਨੇ ਹੋਏ ਸਾਨੂੰ ਇੱਥੇ ਧਰਨਾ ਦਿੰਦੀਆਂ ਨੂੰ। ਨਹੀਂ ਹਾਂ, ਜਵਾਕ ਸਾਡਾ ਕੱਲਾ ਜਵਾਕ ਹੈ, ਹਾਂ, ਜਿਹੜੇ ਸਾਡੇ ਉੱਥੇ ਬੈਠੇ ਨੇ ਦਿੱਲੀ ਸੜਕਾਂ ਤੇ। ਸਭ ਜਾਂਦੇ ਆ ਬੱਚੀ। ਅਸੀਂ ਤਾਂ ਪੁੱਤਾਂ ਉਹਦੇ ਪੁੱਤਾਂ ਧੀਆਂ ਦੀ ਖਾਤਰ ਫਿਰਦੇ ਆ। ਅਸੀਂ ਤਾਂ ਖਾ ਲਿਆ, ਜਿਹੜੇ ਨਿੱਕੇ ਨਿੱਕੇ ਸਾਡੇ ਚੂਣੇ ਨੇ ਉਹ ਕੀ ਖਾਣਗੇ ਸਾਡੀ ਜ਼ਮੀਨ ਬਿਨਾ? ਸਾਡਾ ਇੰਨਾ ਮਨ ਖੁਸ਼ ਹੁੰਦਾ ਸੀ ਜਿੱਦੇ ਅਸੀਂ ਖੇਤ ਦੇ ਵਿੱਚ ਕਪਾਹਾਂ ਚੁਗਦੀਆਂ ਤੀਆਂ, ਪਰ ਝੋਲੀਆਂ ਕਪਾਹਾਂ ਜਿਹੇ ਲਿਆਉਂਦੀਆਂ ਤੀਆਂ। ਅੰਬ ਦੇ ਚਾਰ ਨਾਲ ਅਸੀਂ ਰੋਟੀਆਂ ਸਾਰਾ ਦਿਨ ਖਾ ਕੇ ਗੁਜ਼ਾਰਾ ਕਰਦੇ ਤੇ ਮਹਿੰਝਾਂ ਬੱਚੇ ਸਾਡੇ ਉੱਥੇ ਗੁੜ ਖਾ ਬੱਟਾਂ ਤੇ ਖੇਡੀ ਜਾਂਦੇ ਸੀ। ਸਾਨੂੰ ਤਾਂ ਉਹੀ ਮਹੱਲਾ ਚੰਗਾ ਲੱਗਦਾ ਸੀ। ਹੁਣ ਸਾਨੂੰ ਕੀ ਚੰਗਾ ਲੱਗਦਾ? ਖੇਤ ਬੰਦੇ ਹੀ ਨਹੀਂ ਖੜਦੇ, ਕੰਮ ਨਹੀਂ, ਛੇਤੀ ਘਰ ਨੂੰ ਭੱਜੇ ਆਉਂਦੇ ਨੇ। ਬੰਦੇ ਕਿਉਂ ਨਹੀਂ ਫੜਦੇ? ਬੰਦੇ ਖੜਦੇ ਨਹੀਂ, ਮਨ ਨਹੀਂ ਲੱਗਦਾ। ਅੱਧੇ ਤਾਂ ਦਿੱਲੀ ਵਾਗੇ, ਹੁਣ ਅੱਧੇ ਇੱਥੇ ਬੈਠੇ ਨੇ, ਲੌਂਕਦੇ ਫਿਰਦੇ ਨੇ। ਹਾਂਜੀ, ਇੱਥੋਂ ਕੋਈ ਦੱਸਣਾ ਚਾਹੇਗਾ ਕਿ ਜੇ ਅਸੀਂ 5 ਕੁਝ ਮੰਗਾਂ ਮੰਗੀਏ, ਕੀ ਮੰਗਾਂਗੇ ਸਰਕਾਰ ਤੋਂ ਵੀ ਮੈਨੀਫੈਸਟੋ ਵਿੱਚ? ਕਿ ਵੇਲੇ ਵੋਟ ਪਾਓਗੇ ਕਿ ਨਹੀਂ ਪਾਓਗੇ? ਵੋਟ ਹੀ ਨਹੀਂ ਪਾਣੀ। ਵੋਟ ਦਾ ਬਾਈਕਾਟ ਹੈ ਜੀ ਸਾਡਾ ਸਾਰੀਆਂ ਪਾਰਟੀਆਂ ਨਾਲ। ਸਾਡਾ ਯੂਨੀਅਨ ਦਾ ਬੰਦਾ ਖੜਾ ਹੋਊ, ਵੋਟ ਪਾਉਂਦੇ ਜੀ। ਨਹੀਂ ਜੀ, ਜਿੰਨਾ ਸਾਡੇ ਜ਼ਮੀਨਾਂ ਦੇ ਉਹ ਨਹੀਂ ਹੁੰਦੇ ਉਹਨਾਂ ਦੇ ਅਸੀਂ ਇਹ ਕਰ ਨਹੀਂ ਸਕਦੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਲਾਟ ਕੀਤੀਆਂ ਨੇ ਜੀ। ਇਹ ਹੁਣ ਸਾਡੇ ਕਾਨੂੰਨ ਬਣਾ ਕੇ ਜ਼ਮੀਨਾਂ ਖੋਹ ਰਹੇ ਨੇ। 100 ਦੇ ਵਿੱਚੋਂ ਅੱਜ 5 ਬੰਦਾ ਬਾਹਰ ਹੋ ਸਕਦਾ, 95 ਬੰਦੇ ਅਸੀਂ ਆਪਦੇ ਬੰਦੇ ਨੂੰ ਖੜਾ ਕਰਾਂਗੇ ਇੱਥੇ। ਅੱਛਾ, ਆਪ ਦੇ ਖੜੇ, ਆਪ ਦੇ ਹਾਂਜੀ, ਯੂਨੀਅਨ ਤੋਂ ਖੜੇ ਕਰਾਂਗੇ। ਯੂਨੀਅਨ ਚੋਂ ਆਉਣ ਵਾਲੇ ਸਮੇਂ 'ਚ ਜੇਕਰ ਕਿਸਾਨੀ ਕਾਨੂੰਨ ਰੱਦ ਨਹੀਂ ਹੁੰਦੇ, ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ, ਤਾਂ ਸਮੁੱਚੇ ਪੰਜਾਬ 'ਚ ਇੱਕ ਲਹਿਰ ਚੱਲੂਗੀ, ਇਹ ਚੋਣਾਂ ਦਾ ਬਾਈਕਾਟ ਕੀਤਾ ਜਾਊਗਾ। ਇਹ ਪਿੰਡਾਂ ਵਿੱਚੋਂ ਸਾਡੇ ਪਿੰਡ 'ਚ ਵੀ ਪਹਿਲਾਂ, ਇੱਥੇ ਵੀ ਚੋਣਾਂ ਦਾ ਜੇ ਅਸੀਂ ਬਾਈਕਾਟ ਕਰਦੇ ਹਾਂ ਉਹਦਾ ਹੱਲ ਤੇ ਨਿਕਲੇਗਾ ਹੀ, ਕਿਉਂਕਿ ਕੋਈ ਨਾ ਕੋਈ ਤਾਂ ਪਾਰਟੀ ਫਿਰ ਵੀ ਜਿੱਤ ਜਾਊਗੀ। ਜੇ 10% ਵੀ ਵੋਟ ਪੋਲ ਹੋ ਜਾਂਦੀ ਆ, ਸਰਕਾਰ ਨੇ ਤਾਂ ਵੀ ਬਣ ਜਾਣਾ। ਜਾਂ ਤਾਂ ਜੋ ਇਹਨਾਂ ਨੇ ਰੱਖਿਆ ਕਿ ਨੈਗੇਟਿਵ ਰੱਖਿਆ ਹੋਇਆ ਵੀ ਜੇ ਕਿਸੇ ਨੂੰ ਵੋਟ ਨਹੀਂ ਪਾਉਣੀ, ਤੁਸੀਂ ਨੋਟਾ ਵਰਤਣਾ, ਤਾਂ ਉਹਦਾ ਵੀ ਕੋਈ ਅਸਰ ਹੋਵੇ ਕਿ ਜੇ 50% ਤਾਂ ਨੋਟਾ ਵੱਧ ਗਿਆ। ਹਾਂ,
ਵਾਲਾ ਤੇ ਸਾਡੇ ਚ ਕੋਈ ਜ਼ਰੂਰ ਹੋਣਗੇ ਜਿਹੜੇ ਆਪਣੇ ਪੱਕੇ ਪਾਰਟੀ ਦੇ ਹੋਣਗੇ, ਉਹ ਪਾਣਗੇ ਸੋ ਵੋਟਾਂ ਅਸੀਂ ਕਿਸਾਨ ਯੂਨੀਅਨ ਬੰਦੇ ਆਪਦੇ ਸਾਡੇ ਲੀਡਰ ਦੇਣਗੇ, ਉਹਨਾਂ ਨੂੰ ਵੋਟਾਂ ਪਾਵਾਂਗੇ ਹਿਸਾਬ ਨੂੰ। ਕਿਸੇ ਹੋਰ ਨੇ ਕੁਝ ਕਹਿਣਾ ਚਾਹੁੰਦੇ ਤਾਂ ਮੈਨੂੰ ਹੱਥ ਖੜਾ ਕਰ ਦਿਓ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਤੁਹਾਡੀ ਕਿੰਨੀ ਉਮਰ ਹੈ ਬਾਬਾ ਜੀ? 72 ਸਾਲ ਦੀ ਤੇ ਇਹ ਜਿਹੜੇ ਇੰਨੇ ਤੁਸੀਂ ਇੱਥੇ ਜੰਮੇ ਹੋ, ਤਬਦੀਲੀਆਂ ਆਈ, ਕਿਹੜਾ ਦੌਰ ਚੰਗਾ ਸੀ? ਜਿਵੇਂ ਤੁਹਾਡਾ ਬਚਪਨ ਸੀ, ਤੁਸੀਂ ਕੀ ਦੇਖਦੇ ਹੋ ਤੁਹਾਡੇ ਜਿਹੜੇ ਅੱਗੇ ਬੱਚੇ ਨੇ ਉਹਨਾਂ ਦਾ ਬਚਪਨ ਉਹੋ ਜਿਹਾ ਨਿਕਲੇਗਾ? ਦੇਖੋ ਜੋ ਮਾਤਾ ਨੇ ਪਹਿਲਾਂ ਹੀ ਦੱਸਦਾ, ਜਿਹੜਾ ਅਸੀਂ ਬਚਪਨ ਦੇਖਿਆ, ਗੁੜ ਖਾਣਾ, ਗੰਨੇ ਚੁੱਪਣੇ, ਮੂੰਗਫਲੀਆਂ ਖਾਣੀਆਂ। ਹੁਣ ਤਾਂ ਸਾਡੇ ਤੇ ਜਾਨੀ ਅੱਗ ਸੁਆਹ ਖਾਂਦੇ ਹਾਂ, ਸਪਰੇਹਾਂ ਦੀ ਜਿੰਨੀ ਸਰਕਾਰ ਸਾਨੂੰ ਅਸੀਂ ਕਰੀ ਜਾਂਦੇ ਉਹ ਖਾਈ ਜਾਂਦੇ ਹਾਂ। ਬੱਚਿਆਂ ਦਾ ਆਉਣ ਵਾਲੇ ਬੱਚਿਆਂ ਦਾ ਭਵਿੱਖ ਹੀ ਨਹੀਂ ਰਹਿਣਾ ਜੀ, ਇਹ ਹਾਲ ਰਿਹਾ। ਉਹ ਖਾਣਗੇ ਵੀ ਕੀ? ਬਾਕੀ ਕਿਸਾਨ, ਤੁਹਾਨੂੰ ਲੱਗਦਾ ਹੈ ਕੋਈ ਵੀ ਸਰਕਾਰ ਐਸੀ ਆ ਸਕਦੀ ਹੈ ਜੋ ਤਬਦੀਲੀਆਂ ਲਿਆ ਸਕਦੀ ਹੈ? ਜਾਂ ਜੇ ਤਾਂ ਕਿਸਾਨ ਯੂਨੀਅਨ ਦੀ ਸਰਕਾਰ ਆ ਜੇ ਉਹ ਲਿਆ ਸਕਦੀ ਹੈ। ਹਾਂ, ਕਾਨੂੰਨ ਜਿਹੜੇ ਬਣ ਰਹੇ ਨੇ ਤਿੰਨ, ਉਹ ਦੋ ਬੰਦੇ ਕਿਉਂ ਕਰ ਰਹੇ ਨੇ? ਕਾਨੂੰਨ ਨਹੀਂ ਮਾੜੇ ਜਿਹੜੇ ਸਰਕਾਰ ਲੈ ਕੇ ਆਈ ਆ, ਉਹ ਦੋ ਬੰਦੇ ਕਿਉਂ ਫਾਲੋ ਕਰਦੇ ਉਹਨਾਂ ਨੂੰ? ਉਹ ਜੀ ਖੁੱਲਾ ਕਰਨ ਮਰਜ਼ੀ ਜੋ ਮਰਜ਼ੀ ਕਰੇ ਆ ਕੇ। ਜੇ ਇੱਕ ਬੰਦੇ ਆਲੂ ਬੀਜੀ ਜੇ ਨਾ ਵੀ ਮਾੜੇ, ਉਦੋਂ ਬਾਅਦ ਚੰਗੇ ਕਹਿਣਗੇ ਇਹਨੂੰ। ਸਾਰੇ ਕਾਨੂੰਨ ਖੁੱਲਾ ਚਾਹੀਦਾ, ਜੇ ਅਡਾਨੀ ਬਾਨੀ ਨਹੀਂ ਚਾਹੀਦਾ। ਸਾਰਾ ਜਿਹੜਾ ਸਿਸਟਮ ਆ ਕਾਨੂੰਨ ਬਣਦੇ ਨੇ ਸਾਰਾ ਕਰੇ, ਹਰ ਕੋਈ ਆਜ਼ਾਦੀ ਹੋਵੇ ਉਹ 'ਚ। ਸਾਰੀਆਂ ਫਸਲਾਂ ਬੀਜਣ ਨੂੰ ਤਿਆਰ ਆ ਜੀ ਕਿਸਾਨ, ਪਰ ਸਾਨੂੰ ਕਿਸੇ ਮੁੱਲ ਨਹੀਂ ਮਿਲ ਰਿਹਾ। ਦੋ ਕਪਾਹ ਦਾ ਮੁੱਲ ਮਿਲ ਰਿਹਾ ਕਿਸਾਨ ਨੂੰ, ਅੱਜ ਨਰਮੇ ਦਾ ਮੁੱਲ ਮਿਲ ਰਿਹਾ, ਮੂੰਗਫਲੀ ਦਾ ਰੇਟ ਮਿਲ ਰਿਹਾ। ਕਿਸੇ ਸਾਲ ਇੱਕ ਸਾਨੂੰ ਕਣਕ ਤੇ ਮੱਕੀ ਦਾ, ਕਣਕ ਤੇ ਚੌਲ ਤਾਂ ਸਾਨੂੰ ਕਹੀ ਜਾਂਦੇ ਨੇ। ਸਾਨੂੰ ਜਿਹੜੀ ਅਗਲੀ ਜਿਹੜੀ ਵੋਟ ਪਏਗੀ ਉਹ ਕਿਸਾਨੀ ਮੁੱਦੇ ਤੇ ਪਏਗੀ, ਨਸ਼ੇ ਦੇ ਮੁੱਦੇ ਤੇ ਪਏਗੀ। ਪਿਛਲੀ ਵਾਰੀ ਬਰਗਾੜੀ ਦਾ ਮੁੱਦਾ ਵੀ ਸੀਗਾ, ਕਿਹੜੇ ਮੁੱਦੇ ਤੇ? ਕਿਸਾਨੀ ਮੁੱਦੇ ਤੇ ਜੇ ਕਿਸਾਨ ਸਹੀ ਰਹਿਣਗੇ, ਕਿਸਾਨ ਜੇ ਸਹੀ ਰਹਿਣਗੇ, ਕਿਸਾਨੀ ਮੁੱਦੇ ਤੇ ਵੋਟ ਕਿਹੜੀ ਪਊਗੀ ਜੀ ਹੁਣ? ਔਰ ਨਸ਼ੇ ਦਾ ਮੁੱਦਾ ਅਜੇ ਵੀ ਹੈ, ਪਰ ਉਹਦੇ ਬਾਰੇ ਤੁਸੀਂ ਉਹ ਸੱਤ ਹੀ ਨਸ਼ਾ ਦਾ ਕੀ ਹੈ, 2 ਦਿਨ ਦਾ 4 ਦਿਨ ਦਾ ਨਸ਼ਾ ਗਾ। ਨਸ਼ਾ ਤਾਂ ਪਹਿਲਾਂ ਵੀ ਨਹੀਂ ਹੁੰਦਾ ਸੀਗਾ, ਉਹ ਕੁਝ ਬੰਦੇ ਹੀ ਹੁੰਦੇ ਸੀ ਨਸ਼ੇ ਵਾਲੇ, ਸਾਰੇ ਬੰਦੇ ਨਹੀਂ ਹੁੰਦੇ ਸੀਗੇ। ਜੇ 10 ਬੰਦੇ ਸੀ ਨਸ਼ੇ ਵਾਲੇ, ਉਹੀ ਉਹ ਹੁਣ ਵੀ ਫਿਰਦੇ ਰਹਿੰਦੇ ਆ। ਜੇ 10 ਨਸ਼ੇ ਵਾਲੇ ਨੇ, ਉਹਨਾਂ ਹੁਣ ਵੀ ਮੰਗੇ ਪੀਣੀ ਹੁੰਦੀ, ਉਦੋਂ ਵੀ ਮੰਗੇ ਪੀਣੀ ਹੁੰਦੀ ਹੈ। ਜਿਹੜਾ ਵੀ ਮੈਨੀਫੈਸਟੋ ਆਏਗਾ ਤੁਸੀਂ ਉਹਦੇ ਵਿੱਚ ਆਂਦੇ ਹੋ ਜੋ ਕਿਸਾਨ ਦੇ ਹਿੱਤ ਦੀ ਗੱਲ ਹੋਏਗੀ, ਪਰ ਇਹ ਜਿਹੜਾ ਕਾਨੂੰਨ ਹੈ ਕੇਂਦਰ ਵੱਲੋਂ ਆਇਆ ਹੈ, ਇਹਦਾ ਸੂਬਾ ਸਰਕਾਰ ਦਾ ਵਿੱਚ ਕੋਈ ਬੰਦਾ ਨਹੀਂ, ਜੋ ਉਹਨਾਂ ਨੇ ਕਰਨਾ ਸੀ ਰੱਦ ਕਰਤਾ, ਪਰ ਉਹਦੀ ਚਲਦੀ ਨਹੀਂ ਹੈਗੀ ਹੈ। ਕਰਨਾ ਸੂਬਾ ਸਰਕਾਰ ਨਹੀਂ ਸੀ ਨਾ ਇਹ ਕਾਨੂੰਨ ਪਾਸ, ਸੂਬਾ ਸਰਕਾਰ ਵੀ ਨਾਲ ਮਿਲ ਗਈ ਹੈ। ਕਮੇਟੀਆਂ ਤਾਂ ਬਣੀਆਂ ਸੀ, ਕਮੇਟੀਆਂ ਪਹਿਲੇ ਬਣੀਆਂ ਸੀਗੀਆਂ, ਪਰ ਉਹ ਸੁਣੀ ਨਹੀਂ ਉਹਨਾਂ ਦੀ। ਉਹ ਜੇ ਰਾਜ ਸਭਾ ਬਣੀ ਹੈ, ਵਿਧਾਨ ਸਭਾ ਬਣੀ ਹੈ, ਜਦੋਂ ਉਹਨੇ ਬਿੱਲ ਪੇਸ਼ ਕੀਤੇ ਰਾਜ ਸਭਾ 'ਚ, ਕਿੰਨੇ ਮੈਂਬਰ ਸੀਗੇ? ਜੋ ਧੱਕੇ ਨੂੰ ਜਿਹੜਾ ਬੋਲਦਾ ਸੀ ਉਹ ਸਪੀਕਰ ਬੰਦ ਕਰ ਦਿੰਦੇ ਸੀਗੇ। ਹਾਂ ਜੀ, ਧੱਕੇ ਨੂੰ ਬਸ। ਉਹਨਾਂ ਦੀ ਹੁਣ ਨਹੀਂ ਚਲਦੀ ਨਾ, ਕਿਉਂਕਿ ਸਾਡੀ ਹਾਲਾਂਕਿ ਉਹਨਾਂ ਨੂੰ ਅਸਤੀਫੇ ਦੇਣੇ ਚਾਹੀਦਾ। ਜਦੋਂ ਮੈਂ ਮਾਲਕਾਂ ਪਾਵਰ ਆਂਦੇ ਨੂੰ ਪਾਵਰ ਮੇਰੀ ਵਰਤੀ ਨਹੀਂ ਗਈ, ਫਿਰ ਮੈਂ ਅਸਤੀਫਾ ਦੇਵਾਂ? ਅਸੀਂ ਲਾਲਚ ਬਸ ਹੋਏ ਵੇ, ਬੰਗਲੇ ਮਿਲੇ ਵੇ ਸਾਨੂੰ, ਅਸੀਂ ਕਿਉਂ ਬੋਲਾਂਗੇ? ਅਸਤੀਫਾ ਦੇਣ ਨਾਲ ਹੱਲ ਨਿਕਲੇਗਾ? ਕਿਉਂਕਿ ਜਿੰਨੀ ਹੱਲ ਕਿਉਂ ਨਹੀਂ ਨਿਕਲੂਗਾ? ਜਦੋਂ ਸਰਕਾਰ ਦਾ ਪ੍ਰਭਾਵ ਪਊਗਾ ਵੀ ਹੁਣ ਸਾਡੇ 9 ਪਾਰਲੀਮੈਂਟ ਨੇ, ਹੋਰ ਦੇਣਗੇ ਅਸਤੀਫਾ, ਗਾਹਾਂ ਨੂੰ ਫਰਕ ਤਾਂ ਪਊਗਾ, ਉਹਨੂੰ ਪ੍ਰਭਾਵ ਪੂਰਾ ਉਹ ਸਰਕਾਰ ਤੇ ਵੀ ਪਾਰਲੀਮੈਂਟ ਬੰਦੇ ਅਸਤੀਫਾ ਦੇਈ ਜਾਂਦੇ ਨੇ। ਹਾਲਾਂਕਿ ਅਸੀਂ ਉੱਤੋਂ ਬੋਲੀ ਜਾਂਦੇ ਆ। ਹੁਣ ਕਾਂਗਰਸੀ ਉੱਥੇ ਬੈਠੇ ਨੇ, ਉੱਥੇ ਕੀ ਕਰਨਾ ਸੀ ਬਹਿ ਕੇ? ਲੋਕ ਲੱਤਾਂ ਮਾਰਦੇ ਉਹਨਾਂ ਨੇ ਜਿਨ੍ਹਾਂ ਨੇ ਉਹ ਬਣਾਏ ਆ। ਅਸਤੀਫੇ ਤੁਸੀਂ ਮੰਗਦੇ ਹੋ? ਨਹੀਂ, ਅਸੀਂ ਅਸਤੀਫੇ ਨਹੀਂ ਮੰਗਦੇ। ਅਸੀਂ ਤਾਂ ਕਹਿੰਦੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਕਿ ਇਹ ਕਾਨੂੰਨ ਤੁਸੀਂ ਗਲਤ ਬਣਾਉਂਦੇ ਹੋ। ਜੋ ਕਾਨੂੰਨ ਜਿਹਦੇ ਲਈ ਬਣ ਰਿਹਾ ਉਹਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਆ। ਪਹਿਲਾਂ ਉਹਨਾਂ ਦੀ ਰਾਏ ਕਲੈਕਟ ਕੀਤੀ ਜਾਵੇ, ਫਿਰ ਉਹ ਕਾਨੂੰਨ ਬਣਾਏ ਜਾਣ। ਇੱਕ ਗੱਲ ਮੈਂ ਕਹਿੰਦੀ, ਜੇ ਅਸੀਂ ਕਿਸ ਖੇਤੀ ਕਾਨੂੰਨ ਰੱਦ ਕਰਵਾ ਵੀ ਲੈਂਦੇ ਹਾਂ, ਚਲੋ ਮੰਨ ਲਿਆ ਰੱਦ ਹੋ ਗਏ, ਜਿੱਥੇ ਅਸੀਂ ਪਹਿਲਾਂ ਖੜੇ ਸੀ ਉਹ ਵੀ ਥਾਂ ਚੰਗੀ ਨਹੀਂ ਸੀ, ਖੁਦਕੁਸ਼ੀਆਂ ਉੱਥੇ ਵੀ ਹੋ ਰਹੀਆਂ ਸੀ, ਕਰਜ਼ੇ ਉੱਥੇ ਵੀ ਵੱਧ ਰਹੇ ਸੀਗੇ। ਸੋ ਜੇ ਉੱਥੇ ਅਸੀਂ ਪਹੁੰਚ ਜਾਵਾਂਗੇ, ਉਸ ਤੋਂ ਬਾਅਦ ਕੀ ਕਰਾਂਗੇ? ਸਟੈਪ ਬਾਈ ਸਟੈਪ ਹਰ ਲੜਾਈ ਲੜੀ ਜਾਊਗੀ। ਜੋ ਵੀ ਸਾਡੇ ਹੱਕ ਬਣਦੇ ਆ, ਉਹ ਸਟੈਪ ਬਾਈ ਸਟੈਪ ਅਸੀਂ ਹਰ ਲੜਾਈ ਲੜਾਂਗੇ ਤੇ ਆਪਣੇ ਹੱਕਾਂ ਦੀ ਰਾਖੀ ਕਰਾਂਗੇ। ਸੋ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਜਿਹੜੇ ਨੌਜਵਾਨ ਨੇ, ਉਹ ਤੁਸੀਂ ਜਦੋਂ ਉਹਨਾਂ ਨੂੰ ਖੇਤੀ ਵਿੱਚ ਇਨਵੋਲਵ ਕਰੋਗੇ, ਜਿਹੜੇ ਵਿਦੇਸ਼ਾਂ ਵਿੱਚ ਜਾ ਕੇ ਟੈਕਸੀਆਂ ਚਲਾਉਂਦੇ, ਉਹ ਉੱਧਰ ਜਾਣ ਨੂੰ, ਉਹਨਾਂ ਨੂੰ ਕੱਲ ਕੈਨੇਡਾ ਦਾ ਜਦ ਜਾਣਾ ਹੈਗਾ, ਉਹ ਘਟੇਗਾ? ਹੁਣ 2 ਰਾਜ ਦੇਖ ਲਓ। ਬਿਲਕੁਲ ਘਟੇਗਾ ਜੀ, ਜਦੋਂ ਇੱਥੇ ਰੁਜ਼ਗਾਰ ਮਿਲੂਗਾ ਮੈਮ, ਘਟੂਗਾ ਜੀ ਉਹ। ਇਹ ਜਿੱਥੋਂ ਤੱਕ ਮੈਮ ਮਤਲਬ ਆਪਾਂ ਪਹਿਲਾਂ ਗੱਲ ਕੀਤੀ ਹੈਗੀ, ਨਸ਼ੇ ਦੀ ਗੱਲ ਕੀਤੀ ਆ ਹੈ ਨਾ, ਵੀ ਦਿੱਲੀ ਦੇ ਵਿੱਚ ਜਿਹੜੇ ਨੌਜਵਾਨ ਨੇਗੇ ਉਹ ਮਤਲਬ ਆਪਣੇ ਇੱਧਰ ਪੰਜਾਬ ਦੇ ਵਿੱਚ ਜੋ ਕੁਝ ਦੇਖ ਰਹੇ ਆ, ਦਿੱਲੀ ਦੇ ਵਿੱਚ ਬਿਲਕੁਲ ਡਿਫਰੈਂਟ ਦਿਸ ਰਿਹਾ ਹੈਗਾ ਹੈ ਨਾ। ਉਹਦਾ ਕਾਰਨ ਹੈਗਾ ਕਿਉਂਕਿ ਆਪਾਂ ਆਪਣੇ 'ਤੇ ਹੀ ਲਾ ਲਈਏ, ਜੇਕਰ ਆਪਾਂ ਵਿਹਲੇ ਘਰੇ ਰਹਿਣੇ ਆ, ਆਪਣੇ ਮਾਈਂਡ ਦੇ ਵਿੱਚ ਕਿੰਨੇ ਸਾਲ ਦੇ ਹੋ, ਕੀ ਪੜ੍ਹਿਆ, ਕੁਝ ਥੋੜਾ ਆਪਣਾ? ਗ੍ਰੈਜੂਏਸ਼ਨ ਕੀਤੀ ਹੋਈ ਹੈਗੀ ਮੈਮ। ਹਾਂਜੀ ਖੇਤੀ ਕੀ ਕਰਦੇ ਹੋ? ਕਿੰਨੀ ਜ਼ਮੀਨ ਹੈ? ਜ਼ਮੀਨ ਦੇ 6 ਕਿੱਲੇ ਨੇ ਜੀ। ਖੇਤੀ ਕਰਦੇ ਹੋ? ਹਾਂਜੀ, ਪਹਿਲਾਂ ਖੇਤੀ ਕਰਦੇ ਸੀ, ਹੁਣ 2 ਸਾਲ ਤੋਂ ਮਤਲਬ ਮੇਰੀ ਛੱਡੀ ਹੋਈ ਹੈਗੀ। ਹੁਣ ਮੈਂ ਥੋੜਾ ਪਹਿਲਾਂ ਥੀਏਟਰ ਲਾਈਨ ਦੇ ਨਾਲ ਮਤਲਬ ਅਟੈਚ ਹੋਇਆ ਜ਼ਿਆਦਾ।
ਤੇ ਘਰ ਕਿੰਨੇ ਹੋਰ ਕਿ ਪਰਿਵਾਰ 'ਚ ਕਿੰਨੇ ਜੀਏ, ਕੌਣ ਖੇਤੀ ਕਰ, ਤੁਸੀਂ ਜੇ ਥੀਏਟਰ ਲੈਣ ਜਾ ਰਹੇ ਹੋ ਘਰ ਕੌਣ ਕਰਦਾ ਹੈਗਾ? ਨਹੀਂ ਮੈਮ, ਖੇਤੀ ਠੇਕੇ ਤੇ ਦੇਤੀ ਸੀਗੀ, ਖੇਤੀ ਦੇ ਵਿੱਚ ਕੁਝ ਬਚਦਾ ਨਹੀਂ ਦਿਸਿਆ। ਫਿਰ ਦੇਖਿਆ ਵੀ ਕੁਝ 6 ਕਿੱਲੇ ਤੋਂ ਬਾਅਦ ਵੀ ਨਹੀਂ ਬਚਦਾ? ਨਹੀਂ ਮੈਮ, ਕੁਝ ਵੀ ਨਹੀਂ ਬਚਦਾ ਹੈਗੀ। ਠੇਕੇ ਜਿਹੜੇ ਠੇਕੇ ਤੇ ਲੈਂਦੇ ਨੇ, ਹੁਣ ਇਸ ਵਾਰ ਮੇਰੀ ਗੱਲ ਹੋਈ ਹੈਗੀ, ਉਹ ਕਹਿੰਦੇ ਸਾਨੂੰ ਵੀ ਨਹੀਂ ਕੁਝ ਬਚ ਰਿਹਾ, ਕਹਿੰਦੇ ਤੁਸੀਂ ਠੇਕਾ ਘਟਾਓ। ਜੇ ਹੁਣ ਅਸੀਂ ਠੇਕਾ ਅੱਜ ਚਲੋ ਆਪਣਾ ਬਰਨਾਲਾ ਏਰੀਆ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਸਾਡੇ ਜ਼ਿਆਦਾ ਤੇਜ਼ ਕਹਿ ਦਿੰਦੇ ਆ ਵੀ ਠੇਕਾ ਬਹੁਤ ਤੇਜ਼ ਹੈ। 65,000 ਮਤਲਬ ਇਸ ਵਾਰ 70 ਤੱਕ ਉਮੀਦ ਹੈਗੀ ਹੈ ਵੀ ਜਾਊਗਾ ਠੇਕਾ। ਹੁਣ 70 ਦੇ ਤੱਕ ਮਤਲਬ ਜਿਹੜਾ ਠੇਕੇ ਵਾਲਾ ਦੇ ਰਿਹਾ ਜ਼ਮੀਨ, ਉਹ ਕਹਿੰਦਾ ਕਿ ਮੈਨੂੰ 75 ਮਿਲੇ, ਮੈਨੂੰ ਨਹੀਂ ਕੁਝ ਬਚ ਰਿਹਾ। ਜਿਹੜਾ ਬੰਦਾ ਠੇਕੇ ਤੇ ਲੈ ਰਿਹਾ ਮਾਮਲੇ ਤੇ ਜ਼ਮੀਨ, ਉਹ ਕਹਿੰਦਾ ਗਾ ਵੀ ਮੈਨੂੰ ਤੁਸੀਂ ਮੋਟਰ ਨਵੀਂ ਪਾ ਕੇ ਦੇਵੋ ਜੀ। ਉਹ ਠੇਕੇ ਵਾਲਾ ਉਹ ਕਹਿੰਦਾ ਮੈਂ ਮੋਟਰ ਕਿੱਥੋਂ ਨਵੀਂ ਪਾਵਾਂ, ਮੈਨੂੰ ਤਾਂ ਬਚਦੀ ਕੁਝ ਨਹੀਂ ਰਿਹਾ। ਮਤਲਬ ਹੁਣ ਜਿਹੜੇ ਬੰਦੇ ਨੇ ਜ਼ਮੀਨ ਠੇਕੇ ਤੇ ਦੇਤੀ, ਉਹਨੇ ਸਾਰਾ ਘਰ ਦਾ ਖਰਚਾ ਦੁੱਧ ਦੇ ਵਿੱਚ ਕੁਝ ਨਹੀਂ ਬਚ ਰਿਹਾ। ਪਸ਼ੂ ਕਿਉਂ ਘਟਾਤੇ ਲੋਕਾਂ ਨੇ ਜੀ? ਡੇਅਰੀ ਫਾਰਮ ਫੇਲ ਕਿਉਂ ਹੋ ਗਏ? ਮੈਂ ਆਪਦੇ ਪਿੰਡ ਦੇ ਵਿੱਚ ਜੇ ਗੱਲ ਕਰਾਂ, ਸਾਰਾ ਨਗਰ ਹੀ ਹੁਣ ਇਕੱਠਾ ਹੋਇਆ ਪਿਆ। ਜਿੰਨੇ ਬੰਦਿਆਂ ਨੇ ਮੇਰੇ ਖਿਆਲ 'ਚ ਪਸ਼ੂ ਰੱਖਣੇ ਫੇਲ ਹੋਏ ਨੇ, ਕੋਈ ਬੰਦਾ ਪਸ਼ੂਆਂ ਦੇ ਵਿੱਚ ਕਾਮਯਾਬ ਨਹੀਂ ਹੋਇਆ। ਕਿਉਂਕਿ ਦੁੱਧ ਦੀ ਸਪਲਾਈ ਹੈ ਜਿਹੜੀ ਪਤਾ ਨਹੀਂ ਕਿੱਥੋਂ ਆ ਰਿਹਾ 2 ਨੰਬਰ ਦਾ। ਮੈਂ ਇੱਕ ਦਿਨ ਬਰਨਾਲਾ ਗਿਆ ਸੀਗਾ, ਮੇਰੀ ਰਿਸ਼ਤੇਦਾਰੀ ਦੇ ਵਿੱਚੋਂ ਪਟਵਾਰੀ ਲੱਗੇ ਹੋਏ ਨੇਗੇ, ਹੁਣ ਮੋਹਾਲੀ ਨੇ ਅੱਜ ਕੱਲ੍ਹ। ਮੈਂ ਉਹਨਾਂ ਦੇ ਕੋਲੇ ਗੱਲ ਕੀਤੀ, ਉਹ ਮੈਨੂੰ ਕਹਿੰਦੇ ਵੀ ਕੋਈ ਪਸ਼ੂ ਰੱਖ ਲਓ ਨਾਲ। ਮੈਂ ਕਿਹਾ ਜੀ ਪਸ਼ੂਆਂ ਵਾਲੇ ਪਾਸੇ ਤੋਂ ਮੈਂ ਖਹਿੜਾ ਛਡਾਇਆ ਗਾ, ਤਾਂ ਕਰਕੇ ਇੱਧਰ ਸਟਰਗਲ ਕਰ ਰਹੇ ਹਾਂਗੇ, ਮਤਲਬ ਥੀਏਟਰ ਵਾਲੀ ਲਾਈਨ 'ਚ। ਫਿਰ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਦੁੱਧ ਚੁੱਕਦੇ ਹਾਂ। ਮੈਂ ਤੁਹਾਨੂੰ ਦੱਸਦਾ ਮੈਮ, ਉਹ ਕਹਿੰਦੇ ਵੀ ਜੇ ਤੁਸੀਂ ਪਸ਼ੂ ਰੱਖ ਲਓਗੇ, ਕਹਿੰਦੇ ਯਾਰ 2-4 ਕਿਲੋ ਅਸੀਂ ਦੁੱਧ ਲੈ ਜਾਇਆ ਕਰਾਂਗੇ। ਮਤਲਬ ਉਹ ਇੱਥੇ ਸੀ ਉਦੋਂ, ਹੁਣ ਤਾਂ ਮੋਹਾਲੀ ਚਲੀ ਗਏ। ਮੈਂ ਕਿਹਾ ਵੀ ਭਾਜੀ, ਮੈਂ ਕਿਹਾ ਕੁਛ ਬਚਤ ਨਹੀਂ ਹੈਗੀ। ਉਹ ਕਹਿੰਦੇ ਯਾਰ ਅਸੀਂ ਬਾਜ਼ਾਰ ਦੇ ਵਿੱਚੋਂ ਦੁੱਧ ਲੈ ਕੇ ਆਉਣੇ ਆ, ਦੁੱਧੀਆਂ ਤੋਂ ਹੀ ਲੈਂਦੇ ਨੇ ਵੈਸੇ, ਵੀ ਪਤਾ ਨਹੀਂ ਕਿੱਥੋਂ ਆਉਂਦਾ ਹੁਣ ਦੁੱਧ, ਕਿੱਥੋਂ ਨਹੀਂ ਆਉਂਦਾ। ਉਹ ਕਹਿੰਦੇ ਜਦੋਂ ਅਸੀਂ ਦੁੱਧ ਸ਼ਾਮ ਨੂੰ ਫਰਿੱਜ ਦੇ ਵਿੱਚ ਰੱਖਿਆ, ਦੂਸਰੇ ਦਿਨ ਜਦੋਂ ਲਾਇਆ ਦੁੱਧ, ਮਤਲਬ ਕਰੀਮ ਉੱਪਰੋਂ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਸ ਤਰ੍ਹਾਂ ਪਲਾਸਟਿਕ ਹੁੰਦਾ ਗਾ, ਇਸ ਤਰ੍ਹਾਂ ਸਾਈਡਾਂ ਦੇ ਉੱਤੇ ਲੱਗਿਆ ਹੋਇਆ ਸੀ ਕੁਛ। ਨਕਲੀ ਬਣਾ ਰਿਹਾ ਹੈਗਾ। ਨਕਲੀ ਬਣਾ ਰਿਹਾ ਹੈਗਾ। ਅੱਛਾ ਚਲੋ ਨੌਜਵਾਨਾਂ ਦੇ ਮੁੱਦੇ ਤੇ ਆਈਏ ਵਾਪਸ। ਤੁਸੀਂ ਨਸ਼ੇ ਦੀ ਗੱਲ ਕਰ ਰਹੇ ਸੀਗੇ। ਹਾਂਜੀ, ਜਿਹੜੀ ਉਹ ਆਪਾਂ ਮਤਲਬ ਗੱਲ ਕਰ ਰਹੇ ਹਾਂ ਕਿ ਵੀ ਦਿੱਲੀ ਦੇ ਵਿੱਚ ਨੌਜਵਾਨ ਬਿਲਕੁਲ ਵੱਖਰੇ ਦਿਸ ਰਹੇ ਨੇਗੇ ਪੰਜਾਬ ਦੀ ਗੱਲ ਕਰ ਲਓ ਜਾਂ ਪੂਰੀ ਇੰਡੀਆ ਦੀ ਵੀ ਗੱਲ ਕਰੀਏ ਆਪਾਂ। ਕਿਉਂਕਿ ਉੱਥੇ ਵੱਖਰੇ ਦਿਸਣ ਦਾ ਕਾਰਨ ਹੈਗਾ ਕਿਉਂਕਿ ਉੱਥੇ ਨੌਜਵਾਨ ਨੇ ਜਿਹੜੇ ਆਪਦੇ ਹੱਕਾਂ ਦੇ ਲਈ ਬਿਜੀ ਹੋ ਗਏ। ਜਦੋਂ ਆਪਣਾ ਮਾਈਂਡ ਬਿਜੀ ਆ, ਵਿਹਲਾ ਮਨ ਸ਼ੈਤਾਨ ਦਾ ਘਰ। ਜਦੋਂ ਵਿਹਲੇ ਆਂਗੇ ਆਪਣੇ ਮਨ 'ਚ ਕੁਛ ਨਾ ਕੁਛ ਚੱਲਦਾ ਰਹਿੰਦਾ, ਉਲਟ ਪੁਲਟ ਬੰਦਾ ਕਰਦਾ ਹੀ ਆ, ਭਾਵੇਂ ਉਹ ਮਹੀਂ ਆ ਚਾਹੇ ਕੋਈ ਵੀ ਆ। ਨਸ਼ਾ ਕੀਤਾ ਕਦੀ? ਨਹੀਂ, ਨਸ਼ਾ ਨਹੀਂ ਕੀਤਾ। ਟਰਾਈ ਕੀਤਾ? ਨਹੀਂ, ਕਦੇ ਵੀ ਨਹੀਂ, ਬਿਲਕੁਲ ਨਹੀਂ। ਕਿਉਂਕਿ ਮੈਂ ਆਪਣੇ ਆਪ ਨੂੰ ਬਿਜੀ ਹੋਇਆ ਨਾ ਰੱਖਿਆ। 14 ਸਾਲਾਂ ਤੋਂ ਮੈਂ ਥੀਏਟਰ ਕਰ ਰਿਹਾ, ਖੇਤੀਬਾੜੀ ਕਰਦੇ ਸੀ ਪਹਿਲਾਂ ਸਟੱਡੀ ਕਰਦੇ ਸੀਗੇ। ਵਿਆਹ ਕੀਤਾ ਹੋਇਆ? ਮੈਰਿਜ ਹੋਈ ਵੀ ਆ, 3 ਸਾਲ ਹੋ ਗਏ। ਤੇ ਘਰ ਚਲਾ ਪਾਉਂਦੇ ਹੋ ਥੀਏਟਰ ਨਾਲ? ਘਰ ਮੈਂ ਚਲੋ ਇੱਧਰ ਉੱਧਰ ਕਰੀ ਜਾਂਦੇ ਕੁਛ ਨਾ ਕੁਛ, ਚੱਲੀ ਜਾਂਦਾ। ਕੈਨੇਡਾ ਜਾਣ ਦੀ ਤਿਆਰੀ ਕੀਤੀ ਹੈ? ਹਾਂਜੀ, ਕੈਨੇਡਾ ਜਾਣ ਦੀ ਤਿਆਰੀ ਹੈਗੀ, ਜਿਸ ਦਿਨ ਦਾ ਲੱਗੇ ਜਾਵਾਂਗੇ ਜੀ। ਕਿਉਂਕਿ ਇੱਧਰ ਕੁਛ ਬਚੇ ਹੀ ਨਹੀਂ ਇੱਧਰ ਕੁਛ। ਜਿਵੇਂ ਸਾਰੇ ਬਜ਼ੁਰਗ ਕਹਿ ਰਹੇ ਕਿ ਖੇਤੀ ਕਾਨੂੰਨ ਵਿੱਚ ਸੁਧਾਰ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਇਹ ਰਾਦੋਣ ਫਿਰ ਸੁਧਾਰ ਲਿਆਵਾਂਗੇ। ਜੇ ਸੁਧਾਰ ਆਇਆ, ਇਨਕਮ ਵਧੀ, ਫਿਰ ਕੈਨੇਡਾ ਜਾਣਾ ਛੱਡੋਗੇ ਕਿ ਨਹੀਂ? ਨਹੀਂ, ਫਿਰ ਤਾਂ ਮੈਂ ਹੈਗਾ ਹੀ ਹੈਗਾ ਕਿਉਂਕਿ ਆਪਦੇ ਘਰ ਬਾਰ ਦਾ ਨਜ਼ਾਰਾ ਕਿੱਥੇ। ਮੈਂ ਹੁਣ ਚੰਡੀਗੜ੍ਹ ਲਾ ਕੇ ਆਏਗਾ 5-7 ਦਿਨ। ਸਾਡੀ ਮੂਵੀ ਆ ਰਹੀ ਆ ਉਲਟ ਪੁਲਟ, ਰਵੀ ਪੁੰਜ ਜੀ ਹੈਗੇ ਨੇ ਡਾਇਰੈਕਟਰ ਉਹਦੇ, ਖਰੜ ਤੋਂ। ਉਹਦੇ ਵਿੱਚ ਮੈਂ ਹੌਬੀ ਧਾਲੀਵਾਲ ਜੀ ਦਾ ਮਤਲਬ ਇੱਕ ਭਈਏ ਦਾ ਕਰੈਕਟਰ ਕਰਕੇ ਆਇਆ, ਨੌਕਰ ਦਾ। ਉਹਦੀ ਹੁਣ ਡਬਿੰਗ ਚੱਲ ਰਹੀ ਸੀਗੀ ਉੱਥੇ। ਮੈਨੂੰ ਮੇਰੇ ਖਿਆਲ ਦੇ ਵਿੱਚ ਵੀ ਐਂ ਲਾ ਲਓ ਵੀ ਸਾਰਾ ਕੁਝ ਸਾਨੂੰ ਬਣਿਆ ਬਣਾਇਆ ਆਉਂਦਾ ਸੀਗਾ, ਹੋਟਲਾਂ ਤੋਂ ਆਉਂਦਾ ਸੀਗਾ, ਕਰਨਾ ਤਾਂ ਕੁਛ ਨਹੀਂ ਸੀਗਾ, ਵਿਹਲੇ ਸੀਗੇ। ਸਟੂਡੀਓ ਦੇ ਵਿੱਚ ਕੰਮ ਕੀਤਾ, ਆਪਦਾ ਮਾਈਕ ਤੇ ਬੋਲੇ 10 ਮਿੰਟ, ਚਲੋ ਫਰੀ। ਕੰਮ ਤਾਂ ਕੁਛ ਨਹੀਂ ਸੀ, ਸਰੀਰ ਨੂੰ ਕੋਈ ਤਕਲੀਫ ਨਹੀਂ ਸੀ, ਪਰ ਕਿਤੇ ਨਾ ਕਿਤੇ ਜਾ ਕੇ ਇੱਕ ਮਾਈਂਡ ਦੇ ਵਿੱਚ ਸੀਗਾ ਵੀ ਮਤਲਬ ਖੁਸ਼ ਨਹੀਂ ਸੀ ਅੰਦਰੋਂ। ਕਿਉਂਕਿ ਉੱਥੇ ਜੋ ਚੀਜ਼ਾਂ ਆ ਰਹੀਆਂ ਨੇਗੀਆਂ, ਬਨੌਟੀਪਣ ਆ ਰਿਹਾ ਸਾਰਾ ਕੁਛ, ਉਹ ਤੋਂ ਮਤਲਬ ਮਨ ਖਿਜਿਆ ਸੀਗਾ ਵੀ ਕਦੋਂ ਇੱਥੋਂ ਨਿਕਲੀਏ। ਪਰ ਡਾਇਰੈਕਟਰ ਕਹਿੰਦਾ ਸੀਗਾ ਵੀ ਨਹੀਂ, ਤੁਸੀਂ 10 ਦਿਨ ਲਾ ਕੇ ਜਾਓ। ਸਾਨੂੰ ਮੇਰੀ ਜ਼ਿੰਦਗੀ ਬਨਾਵਟੀ ਲੱਗਦੀ ਹੈ। ਨਹੀਂ ਮੈਂ ਬਨਾਵਟੀ ਹੋਈ ਆ ਸਾਰਾ ਕੁਝ, ਕਿਉਂਕਿ ਉੱਥੇ ਆ ਪੀਜੇ 버ਗਰ ਪਤਾ ਨਹੀਂ ਅਲਮ ਸਲਮ ਕੀ ਕੁਛ ਆ ਰਿਹਾ ਹੈਗਾ। ਮਤਲਬ ਉਹ ਚੀਜ਼ਾਂ ਨੈਚੁਰਲ ਚੀਜ਼ਾਂ ਜਿਹੜੀਆਂ ਪਿੰਡਾਂ 'ਚ ਹੀ ਨੇ। ਤੁਸੀਂ ਚੰਡੀਗੜ੍ਹ ਰਹਿ ਕੇ ਆਏ ਹੋ, ਉਹ ਸ਼ਹਿਰ ਦੁਨੀਆ ਦਾ ਸੋਹਣਾ ਸ਼ਹਿਰ ਮੰਨਿਆ ਜਾਂਦਾ ਹੈਗਾ, ਵਿਕਾਸ ਹੈਗਾ। ਉਹੋ ਜਿਹਾ ਵਿਕਾਸ ਪਿੰਡ ਵਿੱਚ ਆਓਗੇ? ਨਹੀਂ, ਵਿਕਾਸ ਮੈਂ ਪਿੰਡ ਦੇ ਵਿੱਚ ਹੋ ਜਾਵੇ ਤਾਂ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਗਈ। ਪਿੰਡ ਦੇ ਵਿੱਚ ਨੈਚੁਰਲ ਚੀਜ਼ਾਂ ਮਿਲਦੀਆਂ ਨੇ ਸਾਰੀਆਂ, ਹਨਾ, ਆਪਣੀ ਘਰ ਦੀ ਚੀਜ਼ ਹੁੰਦੀ ਹੈ, ਦੁੱਧ ਤੋਂ ਲਾ ਸਾਰਾ ਕੁਝ ਆਪਣਾ। ਕਿਸ ਤਰ੍ਹਾਂ ਦਾ ਵਿਕਾਸ ਚਾਹੋਗੇ? ਵਿਕਾਸ ਮਤਲਬ ਜਿਸ ਤਰ੍ਹਾਂ ਹੁਣ ਵਿਕਾਸ ਹੋਏ ਵੀ ਆ ਵੈਸੇ ਤਾਂ, ਚਲੋ ਰੁਜ਼ਗਾਰ ਪੱਖੋਂ ਮਤਲਬ ਆਰਥਿਕ ਪੱਖੋਂ ਸਾਰੇ ਘਰ ਠੀਕ ਹੋ ਜਾਣ। ਸ਼ਹਿਰ ਦੇ ਪੱਖੋਂ ਗੱਲ ਕਰਦੀ, ਚੰਡੀਗੜ੍ਹ ਸ਼ਹਿਰ ਤੇ ਤੁਹਾਡਾ ਪਿੰਡ? ਨਹੀਂ, ਪਿੰਡ ਨੂੰ ਵਿਕਾਸ ਦੀ ਲੋੜ ਹੀ ਨਹੀਂ ਵੈਸੇ ਜੇ ਦੇਖੀਏ, ਜੇ ਆਰਥਿਕ ਪੱਖੋਂ ਲੋਕ ਸਹੀ ਹੋਣ ਪਿੰਡਾਂ ਦੇ। ਹਾਂਜੀ, ਤਾਂ ਵਿਕਾਸ ਤਾਂ ਆਪਣੇ ਆਪ ਹੀ ਹੋ ਜਾਣਾ। ਗਲੀਆਂ ਨਾਲੀਆਂ ਟੱਕੀਆਂ ਨਹੀਂ ਚਾਹੀਦੀਆਂ, ਗਲੀਆਂ ਸਕੂਲ ਚੰਗੇ ਨਹੀਂ ਚਾਹੀਦੇ, ਪਾਰਕ ਨਹੀਂ ਚਾਹੀਦੇ। ਨਹੀਂ, ਉਹ ਤਾਂ ਮੈਮ ਜਦੋਂ ਬੰਦਾ ਆਰਥਿਕ ਪੱਖੋਂ ਸਹੀ ਹੋ ਗਿਆ, ਆਪਣੀ ਆਰਥਿਕ ਹਾਲਤ ਸਹੀ ਹੋ ਗਈ, ਉਹ ਸਾਰਾ ਕੁਝ ਆਪਣੇ ਆਪ ਹੀ ਬੰਦੇ ਲੋਕਾਂ ਨੇ ਕਰ ਲੈਣਾ। ਜੇਕਰ ਮੇਰਾ ਆਪਣੇ ਅੱਜ ਸਾਡੇ ਕੋਲ ਐਮਐਲਏ ਹੈਗਾ, ਤੁਹਾਡੇ ਐਮਐਲਏ ਕੌਣ ਹੈਗੇ? ਸਾਡੇ ਐਮਐਲਏ ਕੁਲਵੰਤ ਪੰਡੋਰੀ ਨੇ। ਹਾਂ, ਤੇ ਉਹਨਾਂ ਨੂੰ ਤੁਸੀਂ ਇਹ ਚੀਜ਼ਾਂ ਮੰਗੀਆਂ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੇਰਾ ਜਿਵੇਂ ਆਪਾਂ ਕੈਨੇਡਾ ਜਾਣ ਦੀ ਗੱਲ ਕੀਤੀ ਹੈ, ਮੈਂ ਪਹਿਲਾਂ ਇੱਥੇ ਬੋਲਣ ਲੱਗਿਆ ਸੀਗਾ ਵੀ ਜਿਹੜੀਆਂ ਵੋਟਾਂ ਦੀਆਂ ਆਪਾਂ ਗੱਲਾਂ ਕਰਦੇ ਹਾਂ, ਵੀ ਵੋਟਾਂ ਮੈਨੀਫੈਸਟੋ ਦੀ ਗੱਲ ਕਰਦੇ ਹਾਂ। ਹੁਣ ਮੋਦੀ ਸਰਕਾਰ ਨੇ 15 ਲੱਖ ਰੁਪਈਆ ਕਿਹਾ ਸੀ ਅਕਾਊਂਟਾਂ 'ਚ ਪਾਵਾਂਗੇ, ਉਹਨਾਂ ਨੇ ਬਾਅਦ ਵਿੱਚ ਕਹਿਤਾ ਵੀ ਇਹ ਤਾਂ ਸਾਡਾ ਇੱਕ ਜੁਮਲਾ ਸੀ। ਉਹ ਤਾਂ ਹੁਣ ਕੈਪਟਨ ਸਰਕਾਰ ਨੇ ਕਿਹਾ ਸੀ ਘਰ ਘਰ ਰੁਜ਼ਗਾਰ ਦੇਵਾਂਗੇ। ਜਿੰਨੀ ਕੁ ਮੇਰੀ ਸੁਰਤ ਸੰਭਲੀ ਹੈ ਉਦੋਂ ਤੋਂ ਲਾ ਕੇ ਲੋਕ ਮੰਗਾਂ ਮੰਗਦੇ ਆਉਂਦੇ ਨੇ। ਇਹ ਹਰੇਕ ਵਾਰੀ ਚਿੱਟੇ ਮੱਛਰ ਨੇ ਨਰਮਾ ਮਾਰਤਾ ਸੀਗਾ। ਉਦੋਂ ਮੈਂ ਨਾਟਕ ਟੀਮ 'ਚ ਕੰਮ ਕਰਦਾ ਸੀ।
ਉਸ ਤੋਂ ਬਾਅਦ ਵਿੱਚ ਬਰਗਾੜੀ ਕਾਂਡ ਹੋ ਗਿਆ ਜੀ। ਹੁਣ ਇਸ ਤੋਂ ਪਹਿਲਾਂ ਹੁਣ ਜਿਹੜੀਆਂ ਕੈਪਟਨ ਸਰਕਾਰ ਦੀਆਂ ਜੋ ਵੀ ਮਤਲਬ ਵਾਅਦੇ ਕੀਤੇ ਹੋਏ ਸੀਗੇ ਜਾਂ ਅਕਾਲੀ ਸਰਕਾਰ ਦੇ ਜਿਨ੍ਹਾਂ ਦੇ ਵੀ ਹੈ ਨਾ, ਇਹ ਮੁੱਦੇ ਚੱਲ ਰਹੇ ਸੀਗੇ ਵੀ ਜਿਹੜੇ ਮੋਬਾਈਲ ਕਹਿੰਦੇ ਸੀ ਵੰਡਣ ਨੂੰ ਜਾਂ ਇਹ ਉਹ ਮਤਲਬ ਕਹਿੰਦੇ ਸੀ। ਹੁਣ ਨਵਾਂ ਕਿਸਾਨੀ ਅੰਦੋਲਨ ਛੇੜਤਾ ਇਹਨਾਂ ਨੇ, ਮੁੱਦਾ ਛੇੜਤਾ ਹੈ ਨਾ। ਹੁਣ ਇਹ ਵੀ ਜਿੱਤ ਲਾਂਗੇ, ਜਦ ਨੂੰ ਇਹ ਜਿੱਤ ਦੇ ਨੇੜੇ ਲੱਗਣਾ ਉਸ ਤੋਂ ਪਹਿਲਾਂ ਹੋ ਸਕਦਾ ਪਤਾ ਨਹੀਂ ਇਹ ਸਰਕਾਰਾਂ ਕੀ ਕਰਾਉਣ। ਕਹਿਣ ਦਾ ਮਤਲਬ ਕੀ ਆ ਵੀ ਲੋਕਾਂ ਨੂੰ ਇਹ ਝਾਂਸੇ 'ਚੋਂ ਨਿਕਲਣੀ ਨਹੀਂ ਦੇ ਰਹੇ ਲੋਕ। ਅੱਜ ਵੀ ਮੈਨੂੰ ਹੈਰਾਨੀ ਆ ਵੀ ਐਮਸੀ ਦੀਆਂ ਵੋਟਾਂ ਚੱਲ ਰਹੀਆਂ ਨੇ, ਲੋਕ ਅੱਜ ਵੀ ਤੱਕੜੀ ਦੇ ਚੋਣ ਨਿਸ਼ਾਨ, ਪੰਜੇ ਦੇ ਚੋਣ ਨਿਸ਼ਾਨ ਲੈ ਕੇ ਕਿਵੇਂ ਜਾ ਰਹੇ ਨੇਗੇ। ਤੇ ਇੱਕ ਕਹਿੰਦੇ ਨੇ ਵੀ ਪੰਜਾਬ ਵਿੱਚ ਪਹਿਲੇ ਕਦੀ ਕਾਂਗਰਸ ਆ ਜਾਂਦੀ, ਕਦੀ ਅਕਾਲੀ ਦਲ ਆ ਜਾਂਦੀ ਹੈ, ਆਪ ਮੌਕਾ ਮੰਨਦੀ ਹੈ, ਆਪ ਨੂੰ ਕੋਈ ਦੇਗਾ ਮੌਕਾ? ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਜਿਸ ਤਰ੍ਹਾਂ ਮੇਰਾ ਨਾਮ ਬਲਵਿੰਦਰ ਸਿੰਘ ਦੁੱਗਲ, ਸੀਨੀਅਰ ਮੀਤ ਪ੍ਰਧਾਨ BKU ਕਾਦੀਆਂ, ਸਾਰੇ ਮੈਨੂੰ ਸਮਾਂ ਮਿਲਿਆ 2 ਮਿੰਟ ਲਈ ਬੁਲਾਇਆ ਗਿਆ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਵੀ ਜਿਹੜੀ ਤੁਸੀਂ ਚੋਣਾਂ ਦੀ ਗੱਲ ਕੀਤੀ ਆ ਵੀ ਆਪਾਂ ਨੂੰ ਮੌਕਾ ਮਿਲੂਗਾ ਜਾਂ ਨਾ ਮਿਲੂਗਾ, ਉਹ ਕਹਿੰਦੇ ਹੁੰਦੇ ਵੀ ਹੱਕ ਮਿਲਦੇ ਨਹੀਂ, ਖੋਹਣੇ ਪੈਂਦੇ ਆ। ਅਸੀਂ ਪਹਿਲਾਂ ਤਾਂ ਜਿਹੜਾ ਹੁਣ ਵੀ ਆਪਾਂ ਮੁੱਦੇ ਦੀ ਗੱਲ ਕਰੀਏ, ਆਰਡੀਨੈਂਸ ਜਿਹੜੇ 3 ਆਰਡੀਨੈਂਸ ਆ ਉਹ ਇਹਨਾਂ ਨੇ ਲਾਗੂ ਕੀਤੇ ਆ, ਉਹ ਲਾਗੂ ਕਰਾਉਣ ਦੇ ਵਿੱਚ ਕੌਣ ਨੇ? ਮੈਂ ਸਾਰੀਆਂ ਸਰਕਾਰਾਂ ਨੂੰ ਕਹੂੰਗਾ, ਚਾਹੇ ਉਹ ਅਕਾਲੀ ਦਲ ਆ ਚਾਹੇ ਉਹ ਕਾਂਗਰਸ ਆ। ਜੇ ਇਹ ਤਾਂ ਮੁੱਦਾ ਹੋ ਗਿਆ, ਅੱਜ ਅਸੀਂ ਪਿੰਡ ਦੀ ਗੱਲ ਕਰੀਏ, ਪਿੰਡ ਦੇ ਵਿਕਾਸ ਵਿੱਚ ਤੁਸੀਂ ਕੀ ਕਹਿੰਦੇ ਹੋ? 4 ਸਾਲ ਸਰਕਾਰ ਦੇ ਕਿੱਦਾਂ ਗਏ ਤੇ ਹੁਣ ਤੁਸੀਂ BKU ਦੇ ਹੈਗੇ ਹੋ, ਤੁਸੀਂ ਕੀ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹੋ? ਅਸੀਂ ਤਾਂ ਕਹਿ ਰਹੇ ਹਾਂ ਜੀ, ਅਸੀਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਵੀ ਸੰਘਰਸ਼ ਤੋਂ ਬਾਅਦ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਈਏ। ਇਹਨਾਂ ਨੇ ਸਾਡੇ ਨਾਲ, ਜੇ ਕੈਪਟਨ ਸਰਕਾਰ ਦੀ ਗੱਲ ਕਰੀਏ ਤਾਂ ਕਰਜ਼ਿਆਂ ਦੀ ਗੱਲ ਕਰੀਏ, ਘਰ ਨੌਕਰੀ ਦੀ ਗੱਲ ਕਰੀਏ, ਇਹਨਾਂ ਨੇ ਸਾਨੂੰ ਜਿਹੜੇ ਵੀ ਧੋਖੇ ਦੇ ਵਿੱਚ ਰੱਖ ਕੇ ਇਹਨਾਂ ਨੇ ਸਾਡੇ ਤੋਂ ਵੋਟਾਂ ਲਈਆਂ। ਅਸੀਂ ਹੁਣ ਵੀ ਦਾਅਵਾ ਕਰਦੇ ਹਾਂ ਇਸ ਚੀਜ਼ ਦਾ, ਸਾਡਾ ਕੇਰਾਂ ਦਿੱਲੀ ਵਾਲਾ ਮੁੱਦਾ ਨਿਬੜ ਜੇ, ਉਸ ਤੋਂ ਬਾਅਦ ਇਹਨਾਂ ਵੀ ਧੌਣ ਤੇ ਗੋਡਾ ਧਰਾਂਗੇ ਜਿਹੜੇ ਵਾਅਦੇ ਕੀਤੇ ਇਹਨਾਂ ਨੇ। ਜਿਵੇਂ ਹੁਣ ਇੱਥੇ ਕਿਸੇ ਨੇ ਕਿਹਾ ਸੀ ਵੀ ਉਹ MC ਚੋਣਾਂ ਹੋਈਆਂ ਤੇ ਵੋਟਾਂ ਰੱਜ ਕੇ ਪਈਆਂ, ਇਹ ਕਹਿਣ ਦੀਆਂ ਗੱਲਾਂ ਨੇ, ਤੇ ਜਦ ਵੋਟ ਦੀ ਗੱਲ ਆਏਗੀ ਕੱਲ ਹੋਰ ਵੱਧ ਜਾਏਗੀ। ਮਤਲਬ ਅੱਜ ਤੁਸੀਂ ਲੋਕ ਕਹਿ ਰਹੇ ਹੋ, ਪਰ ਜਦ ਵੋਟਾਂ ਦੀ ਗੱਲ ਆਏਗੀ ਤਾਂ ਫਿਰ ਸਾਰੇ ਵੋਟਾਂ ਲਈ ਦੌੜਨਗੇ। ਜਿਵੇਂ ਕਹਿੰਦੇ ਵੀ ਪੰਜੇ ਤੇ ਪਿਆ, ਤਕੜੀ ਤੇ ਪਿਆ, ਝਾੜੂ ਤੇ ਪਿਆ, ਟਰੈਕਟਰ ਤੇ ਪਿਆ, ਹਰ ਜਗ੍ਹਾ ਪਈ ਵੋਟ ਨਾ, ਤੇ ਇੱਥਾਂ ਵੀ ਪਏਗੀ ਨਾ। ਉੱਦਾਂ ਫਿਰ ਹੋ ਨਹੀਂ ਸਕਦੇ। ਜਿਹੜੇ ਉਹਨਾਂ ਪਾਰਟੀਆਂ ਨਾਲ ਅਟੈਚ ਹੈ, ਜਿਨ੍ਹਾਂ ਨੂੰ ਖਾਣ ਦੀ ਆਦਤ ਪਈ ਹੋਈ ਹੈ, ਜਿਨ੍ਹਾਂ ਦਾ ਲੋਕਾਂ ਨਾਲ ਕੋਈ ਸਰੋਕਾਰ ਨਹੀਂ, ਉਹ ਤਾਂ ਵੋਟਾਂ ਪਾਉਣਗੇ। ਤੇ ਜੇ ਵੋਟ 10% ਵੀ 12% ਵੀ ਪੋਲ ਹੁੰਦੀ ਆ, ਜਦੋਂ ਨੋਟਾਂ ਦਾ ਕੋਈ ਅਰਥ ਨਹੀਂ। ਜੇ 70% ਵੀ ਨੋਟਾ ਹੋ ਜਾਂਦਾ, ਜਾਂ ਤਾਂ ਕੋਈ ਇਹੋ ਜਿਹਾ ਕਾਨੂੰਨ ਹੋਵੇ ਕਿ ਤਾਂ ਉਹ ਚੋਣ ਰੱਦ ਹੁੰਦੀ ਆ, ਫਿਰ ਤਾਂ ਨਾ। ਤੇ ਆਮ ਬੰਦੇ ਲਈ ਅੱਜ ਦੇ ਸਮੇਂ 'ਚ ਚੋਣ ਲੜਨੀ ਇੰਨੀ ਮਹਿੰਗੀ ਤੇ ਇੰਨੀ ਮੁਸ਼ਕਲ ਹੈ। ਜਿਵੇਂ ਉਹ ਆਦਤਾਂ ਪਈਆਂ ਹੋਈਆਂ ਵੋਟਰ ਨੂੰ ਵੀ ਕਿ ਵੋਟ ਪਾਉਣ ਤੋਂ ਪਹਿਲਾਂ ਅਸੀਂ ਪੈਸੇ ਲੈਣੇ, ਵੋਟ ਅਸੀਂ ਵੇਚਦੇ ਹੈਗੇ ਆ। ਤੇ ਜਦ ਕਿਸਾਨ ਆਗੂ ਹੋਣਗੇ, ਉਹਨਾਂ ਕੋਲ ਪੈਸੇ ਨਹੀਂ ਹੋਣਗੇ ਵੋਟ ਖਰੀਦਣ ਦੇ, ਤਾਂ ਕੀ ਮੁਫਤ ਵੋਟ ਪਏਗੀ? ਜਿਹੜੇ ਜਾਗਰਤ ਲੋਕ ਹੈ, ਜਿਹੜੇ ਲੋਕ ਜਾਗਰਤ ਹੈ, ਉਹ ਮੁਫਤ ਵੋਟਾਂ ਪਾਉਣਗੇ। ਕਿੰਨੇ ਲੋਕ ਜਾਗਰਤ ਨੇ? ਆਹ ਕਾਨੂੰਨ ਨੇ ਜਾਗਰਤੀ ਬਹੁਤ ਜ਼ਿਆਦਾ ਲਿਆਂਦੀ ਹੈ ਪਿੰਡਾਂ ਦੇ ਵਿੱਚ। ਸੋ ਇਸ ਸੰਘਰਸ਼ ਦਾ ਫਰਕ ਪੈ ਰਿਹਾ ਹੈਗਾ। ਅਸੀਂ ਜਿਹੜਾ ਅੰਦੋਲਨ ਆ, ਜਿਹੜਾ ਮੋਦੀ ਸਰਕਾਰ ਨੇ ਜਿਹੜੇ ਆਰਡੀਨੈਂਸ ਸਾਡੇ ਤੇ ਜਾਰੀ ਕੀਤਾ, ਉਹਦੇ ਵਿੱਚੋਂ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ। ਜਿਹੜਾ ਸਾਡਾ ਯੂਥ ਸੀ, ਅਸੀਂ ਵਿੱਚ ਹੀ ਹੋਣੇ ਉਹਨਾਂ ਦੇ, ਜਿਹੜਾ ਸਾਡਾ ਯੂਥ ਸੀ ਉਹ ਕਦੇ ਧਰਨੇ ਦੇ ਉੱਤੇ ਜਾਂਦਾ ਹੀ ਨਹੀਂ ਸੀ। ਸਾਡੇ ਬਜ਼ੁਰਗ ਧਰਨੇ ਤੇ ਜਾਂਦੇ ਸੀ ਤੇ ਅਸੀਂ ਯੂਥ ਮਜ਼ਾਕ ਕਰਦੇ ਹੁੰਦੇ ਸੀ ਵੀ ਯਾਰ ਇਹ ਤਾਂ ਬਜ਼ੁਰਗ ਬੈਠੇ। ਇੱਥੇ ਨੌਜਵਾਨ ਘੱਟ ਦਿਖ ਰਹੇ ਨੇ, ਤੇ ਉੱਥੇ ਕਿੰਨੇ ਗਏ ਹੋਏ ਨੇ? ਦਿੱਲੀ ਬਾਰਡਰ ਤੇ ਕਿੰਨੇ ਬੈਠੇ ਹੋਏ ਨੇ? ਡੇਲੀ 40 ਬੰਦੇ 40-50 ਬੰਦੇ ਡੇਲੀ ਇੱਥੋਂ ਜਾਂਦੇ ਆ ਜੀ, ਨੌਜਵਾਨ ਡੇਲੀ 40-50 ਬੰਦੇ। ਅਸੀਂ 5 ਦਿਨ ਦਾ ਲਾਇਆ ਪਿਆ ਕੋਟਾ, 5 ਦਿਨਾਂ ਬਾਅਦ ਉਹਨੇ ਆ ਜਾਣਾਗਾ, ਦੂਜੇ ਸ਼ਿਫਟ ਵਗ ਜਾਣੀ ਹੈ। ਜਿਵੇਂ ਇਹ ਮੁੰਡੇ ਕਈ ਚੁੱਕੇ ਗਏ ਨੇ ਲਾਲ ਕਿਲੇ ਤੇ, ਜਦ ਕੁਝ ਲੋਕ ਉਧਰ ਨੂੰ ਗਏ, ਉਹਨਾਂ ਨੂੰ ਚੁੱਕਿਆ ਜਾ ਰਿਹਾ, ਉਹਨਾਂ ਡਰ ਨਹੀਂ ਫੈਲ ਰਿਹਾ ਕਿ ਵੀ ਸਾਡੇ ਬੱਚੇ ਗਲਤ ਕੰਮ ਕਰੇ ਹੀ ਨਹੀਂ ਜੀ ਉਹਨਾਂ ਨੇ, ਕੋਈ ਡਰ ਨਹੀਂ ਫੈਲ ਰਿਹਾ ਜੀ। ਸਾਨੂੰ ਸ਼ਹੀਦ ਸੇਵਾ ਸਿੰਘ ਨੇ ਗੁੜਤੀ ਦੇਤੀ ਹੈ, ਸਾਨੂੰ ਸ਼ਹੀਦ ਸੇਵਾ ਸਿੰਘ ਨੇ ਗੁੜਤੀ ਦੇਤੀ ਹੈ, ਸਾਨੂੰ ਇਹਦਾ ਕੋਈ ਡਰ ਨਹੀਂ ਹੈ। ਸਾਨੂੰ ਕਿੰਨਾ ਚਿਰ ਮਰਜੀ ਸਾਨੂੰ ਜਿਹਨਾਂ ਦੀ ਭੇਜ ਦੇਣ ਸ਼ਕਤੀ ਨਾਲ ਜੀ ਉਹਨਾਂ ਨੂੰ ਛਡਾਵਾਂਗੇ। ਅਸੀਂ ਇੱਥੇ ਦੇਖ ਰਹੇ ਇੱਕ ਪੁਰਾਣੀ ਹਵੇਲੀ ਹੈ, ਸੇਵਾ ਸਿੰਘ ਜੀ ਇੱਥੇ ਜਨਮੇ ਸੀਗੇ। ਉਧਰ ਇੱਕ ਬੜਾ ਸੋਹਣਾ ਘਰ ਹੈ, ਕਦੀ ਕਿਸੇ ਨੂੰ ਖਿਆਲ ਨਹੀਂ ਆਇਆ ਕਿ ਹਾਂ, ਬਟ ਉਹ ਉੱਥੇ ਜਨਮੇ ਸੀ, ਉਹ ਖੰਡਰ ਬਣਿਆ ਹੋਇਆ ਹੈ। ਤੇ ਜੇ ਸਾਨੂੰ ਕਦੀ ਖਿਆਲ ਨਹੀਂ ਆਇਆ ਕਿ ਵੀ ਸਾਡੇ ਜਿਹੜੇ ਇੱਥੋਂ ਦੇ ਸ਼ਹੀਦ ਨੇ, ਸਾਡੇ ਸ਼ਹੀਦ ਨੇ, ਉਹਨਾਂ ਦਾ ਯਾਦਗਾਰ ਵੀ ਸੋਹਣੀ ਉੱਚੀ ਹੋਣੀ ਚਾਹੀਦੀ ਹੈ। ਹਾਂਜੀ, ਜ਼ਰੂਰ ਹੋਣੀ ਚਾਹੀਦੀ। ਬਣ ਰਹੀ ਹੈ ਜੀ, ਪਹਿਲਾਂ ਬਣੀ ਪਿਆ, ਬਹੁਤ ਚਿਰਦੇ ਸੀ ਉਦੋਂ ਦੇ। ਪੁਰਾਣੀ ਇਮਾਰਤ ਹੈ, ਕਿੰਨੀ ਬਰਸੀ ਹੋ ਗਈ ਜੀ ਇਹ? 87ਵੀਂ ਬਰਸੀ ਹੋ ਗਈ। ਨਹੀਂ ਤੇ ਤਕਰੀਬਨ 100 ਸਾਲ ਪੁਰਾਣੀ ਦੀਵਾਰ ਹੋਣੀ ਹੈ ਉਹ, ਹੈ ਨਾ? ਇਹ ਨਹੀਂ, ਉਹ ਜਿਹੜੇ ਇੱਥੋਂ ਜਨਮ ਹੋਇਆ ਸੀ, ਉਹ ਉੱਥੇ ਰਹਿੰਦੇ ਸੀਗੇ। ਪਰ ਇਹ ਤਾਂ ਨਵੀਂ ਬਣਾਈ ਹੋਈ ਹੈ ਨਾ, ਜਿਹੜੀ ਪੁਰਾਣੀ ਇਮਾਰਤ ਹੈ ਉਹ ਤਾਂ ਉਹੀਓ ਨਜ਼ਰ ਆ ਰਹੀ ਹੈ।
ਇਹ ਵੀ ਉਹਨਾਂ ਦੇ ਘਰਾਂ ਚੋਂ ਹੀ ਆ। ਸਰਦਾਰਾਂ ਦੀ ਹੈ ਦੂਆਂ ਦੀ ਇਹ ਜੀ ਸਰਦਾਰ ਦੀ ਤਾਰ ਵੀ ਵਰਸੀ ਆ ਇਹ 87ਵੀਂ ਵਰਸੀ 'ਚ ਬਾਦਲ ਸਰਕਾਰ ਵੀ ਆਈ ਵੀ ਹੈ, ਕੈਪਟਨ ਸਰਕਾਰ ਵੀ ਆਈ ਆ। ਕਰੋੜਾਂ ਰੁਪਏ ਦੇ ਐਲਾਨ ਕਰ ਜਾਂਦੇ ਨੇ ਵੀ ਉਹਦੀ ਯਾਦ ਬਣਾਵਾਂਗੇ ਸੇਵਾ ਸਿੰਘ ਜੀ ਦੀ, ਸ਼ਹੀਦ ਜੀ ਦੀ, ਪਰ ਕਿਤੇ ਵੀ ਨਹੀਂ ਬਣੀ। ਨਾ ਇਹਦੀਆਂ ਫੋਟੋਆਂ ਖਿੱਚ ਕੇ ਲੈ ਜਾਂਦੇ ਨੇ, ਨਾਲੇ ਉਹਦੀਆਂ ਫੋਟੋਆਂ ਖਿੱਚ ਕੇ ਲੈ ਜਾਂਦੇ ਨੇ। ਅਖਬਾਰਾਂ ਦੇ ਵਿੱਚ ਸੁਰਖੀਆਂ ਛਪ ਜਾਂਦੀਆਂ ਨੇਗੀਆਂ। ਹੁਣ ਇਹਦੇ ਵਿੱਚ ਸਾਰੀ ਭਾਗੀਦਾਰ ਨੇ ਇਹਦੇ, ਨਾਲੇ ਤਾਂ ਮਹਾਰਾਜ ਦੀ ਹਜ਼ੂਰੀ 'ਚ ਝੂਠ ਬੋਲਦੇ ਆ ਵੀ ਇੰਨੇ ਕਰੋੜ ਰੁਪਈਆ ਅਸੀਂ ਦੇ ਗਏ, ਵਿੱਚ ਹੀ ਬਾਦਲ ਵਿੱਚ ਹੀ ਕੈਪਟਨ। ਠੀਕ ਹੈ ਨਾ ਜੀ, ਚੀਜ਼ ਇੱਥੇ ਕੋਈ ਬਣਦੀ ਨਹੀਂ ਗੀ, ਯਾਦ ਕਰੋ ਦੀ। ਹਾਂਜੀ, ਅਸਲ ਹਵੇਲੀ ਉਹ ਆ ਜੀ ਸੇਵਾ ਸਿੰਘ ਦੀ। ਤੁਸੀਂ ਕੀ ਕਹਿਣਾ ਚਾਹੋਗੇ? ਕਿਹੜੀ ਕਲਾਸ 'ਚ ਹੈਗੇ ਹੋ? 12ਵੀਂ 'ਚ ਪੜ੍ਹਦੇ ਹੋ? ਕੀ ਕਰਨਾ ਅੱਗੇ? ਦੇਖਦੇ ਆ ਜੀ, ਕੈਨੇਡਾ ਜਾਣਾ ਕਿ ਪਿੰਡ 'ਚ ਰਹਿਣਾ ਹੈ? ਪਿੰਡ 'ਚ ਹੀ ਰਹਿਣਾ। ਖੇਤੀ ਕਰਦੇ ਹੋ ਕਿ ਕੁਝ ਹੋਰ ਕਰਨਾ ਚਾਹੁੰਦੇ ਹੋ? ਖੇਤੀ ਕਰਦੇ। ਖੇਤੀ ਕਰਦੇ ਹੋ। ਇਹ ਕਿਸਾਨਾਂ ਨੂੰ ਜੀ ਕੁੱਤਾ ਸਿਆਣਾਗਾ, ਤਿੰਨਾਂ ਨੂੰ, ਇਹਨਾਂ ਨੂੰ, ਦੂਜਿਆਂ ਨੂੰ, ਗਵਰਨਮੈਂਟ ਨੂੰ, ਕਾਂਗਰਸ ਲਾ ਲਾ, ਤੱਕੜੀ ਲਾ ਲਾ, ਆਮ ਪਾਰਟੀ ਲਾ ਲਾ, ਕੁੱਤਾ ਇਹਨੂੰ ਸਿਆਣਾ। ਇਦੋਂ 50-60 ਸਾਲ ਤੋਂ ਪਹਿਲਾਂ ਸਾਰੇ ਜ਼ਿਮੀਂਦਾਰ, ਸਾਰੇ ਬਾਣੀਏ, ਸਾਰੇ ਪੰਡਤ, ਸਾਰੇ ਬਾਹਮਣ, ਜਿੰਨੀ ਕੌਮਾਂ ਨੇ ਸਾਰੀਆਂ ਇਕੱਠੀਆਂ ਕਰ ਲਈਆਂ ਵੀ ਇਹ ਦੁਨੀਆ ਨੂੰ ਕਰਕੇ ਕੌਣ ਅੰਨਦਾਤਾ ਖਵਾਊਗਾ। ਇਹ ਜ਼ਿਮੀਂਦਾਰ ਨੇ ਸਣਗ ਹੁੰਦੀ ਸੀ ਲੱਕੜ ਦੀ, ਉਹ ਚੱਕ ਕੇ ਮੋਢੇ 'ਤੇ ਧਰ ਕੇ ਤੁਰ ਪਿਆ ਸੀਗਾ ਵੀ ਮੈਂ ਕਰਕੇ ਰੋਟੀ ਖਵਾਊਂਗਾ, ਕਣਕ ਉਹ ਕਮਾਉਂਦਾ ਵੀ ਫਸਲ ਮੈਂ ਕਮਾਊਂਗਾ। ਨਾਲ ਤੁਰਿਆ ਜੀ ਵਿਹੜੇ ਵਾਲਾ, ਆਪਣੇ ਵਿਹੜੇ ਵਾਲੇ ਜਿਵੇਂ ਸ਼ੀਰੀ ਲਾ ਨਾਲ ਵੀ ਤੁਰ ਪਿਆ ਵੀ ਨਾਲ ਕਰਕੇ ਮੈਂ ਖਵਾਊਂਗਾ। ਕੁੱਤੇ ਨੂੰ ਰੋਟੀ ਦਿੱਤੀ ਸੀ ਇੱਕ ਵੀ ਤਾਂ ਕੁੱਤੇ ਨੇ ਰੋਟੀ ਖਾਣੀ ਆ। ਉਹ ਕੁੱਤੇ ਨੇ ਸੋਚ ਲਿਆ, ਉਹਨੇ ਰੋਟੀ ਕਹਿੰਦਾ ਮੈਂ ਨਹੀਂ ਖਾਣੀ, ਜ਼ਿਮੀਂਦਾਰ ਨੂੰ ਦਿਓ। ਕਹਿੰਦਾ ਮੈਂ ਤਾਂ ਜੀ ਸਮਿਲ ਨਾ ਸਾਰ ਲੂੰ। ਹੁਣ ਜਿੱਥੇ ਖੇਤੀ ਜ਼ਿਮੀਂਦਾਰ ਰੋਟੀ ਖਾਂਦਾ, ਪੌਣਾ ਝਾੜਨ ਦਾ, ਸਮਿਲ ਨਾਲ ਉਹ ਰੱਜ ਲੈਂਦਾ ਕੁੱਤਾ। ਕੁੱਤੇ ਨੂੰ ਇੰਨੀ ਉਹ ਆ, ਇਹ ਗੌਰਮੈਂਟਾਂ ਨੂੰ ਕਿਸੇ ਨੂੰ ਕੁਛ ਨਹੀਂ ਸਾਡੇ ਬਾਰੇ, ਜ਼ਿਮੀਂਦਾਰਾਂ ਬਾਰੇ। ਇਹ ਸਭ ਲੁੱਟਣ ਖਾਣ ਨੂੰ ਨਾ ਭਰੀ ਜਾਂਦੀਆਂ ਨੇ। ਜਿੱਦਾਂ ਸਾਡੇ ਦਾਤੇ ਆ ਗਏ, ਪਹਿਲੀ ਗੱਲ ਤਾਂ ਛੇਤੀ ਪਿੰਡ 'ਚ ਬਣ ਨਹੀਂ ਹੁੰਦੇ। ਪਿੰਡਾਂ ਅਸੀਂ ਇੱਕ ਰੱਖਾਂਗੇ, ਜੇ ਸਾਡੇ ਸਿਰ ਤੋਂ ਦੀ ਕੰਮ ਹੋ ਗਿਆ ਫਿਰ ਅਸੀਂ ਡਲੇ ਮੁੱਕੀਆਂ ਪੈਣ। ਸੋ ਇਹ ਸੀ ਸਪੋਕਸਮੈਨ ਦੀ ਸਾਥ ਠਿਕਰੀ ਵਾਲਾ ਪਿੰਡ ਵਿੱਚ। ਤੁਸੀਂ ਦੇਖ ਸਕਦੇ ਹੋ ਅੱਜ ਹਾਲਾਤ ਕੀ ਹੋ ਗਏ ਨੇ। ਲੋਕਾਂ ਦਾ ਸਿਆਸਤ ਤੋਂ ਵਿਸ਼ਵਾਸ ਉੱਠ ਗਿਆ ਹੈ, ਪਰ ਉਹ ਜਾਗਰੂਕ ਹੋ ਗਏ ਨੇ, ਇਕਜੁੱਟ ਹੋ ਗਏ ਨੇ। ਤੇ ਇਹਦੇ ਵਿੱਚੋਂ ਬਦਲਾਅ ਕੀ ਆਏਗਾ? ਸਿਆਸਤ ਤੋਂ ਤਾਂ ਬਦਲ ਨਹੀਂ ਪੈ ਗਿਆ, ਕਿਉਂਕਿ ਅੱਜ ਲੋਕ ਕੁਝ ਹੋਰ ਮੰਗेंगे। ਜਿਨ੍ਹਾਂ ਨੇ ਖੇਤੀ ਕਾਨੂੰਨ ਨੂੰ ਪੜ੍ਹ ਲਿਆ, ਉਹ ਮੈਨੀਫੈਸਟੋ ਨੂੰ ਬੜੀ ਸੋਹਣੀ ਤਰ੍ਹਾਂ ਪਿਛਲੇ ਨੂੰ ਵੀ ਤੇ ਅਗਲੇ ਨੂੰ ਵੀ ਪੜ੍ਹ ਕੇ ਫਿਰ ਫੈਸਲਾ ਕਰਨਗੇ।